ਨਵਜੋਤ ਸਿੰਘ ਸਿੱਧੂ ਦੇ ਹੁਣ ਝੰਡਾ ਜਿਹੜਾ ਕਾਲਾ ਉਹਨਾਂ ਨੇ ਲਗਾਇਆ ਹੈ ਤੇ ਜਿਹੜਾ ਉਹਨਾਂ ਨੇ ਉਹਨੂੰ ਸਮਰਥਨ ਦੇਣ ਦੀ ਕਿਸਾਨਾਂ ਨੂੰ ਗੱਲ ਕੀਤੀ ਹੈ। ਦੋ ਪੱਖ ਜਿਹੜੇ ਨੇ ਦੋ ਐਂਗਲ ਤੋਂ ਦੇਖਿਆ ਜਾ ਰਿਹਾ ਇਸ ਨੂੰ। ਇੱਕ ਤਾਂ ਕਿਸਾਨਾਂ ਦਾ ਸਮਰਥਨ ਦੇ ਰਹੇ ਨੇ, ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਚੋਣਾਂ ਦਾ ਮੌਕਾ ਨੇੜੇ ਹੈ ਤੇ ਸਿਆਸੀ ਮੁਫਾਦ ਜਿਹੜਾ ਸਿਆਸੀ ਲਾਹਾ ਜਿਹੜਾ ਲੈ ਰਹੇ ਨੇ ਉਹ ਸਟੰਟ ਮਾਰ ਰਹੇ ਨੇ। ਜ਼ਾਹਿਰ ਜੀ ਗੱਲ ਹੈ। ਇਹਦੇ ਤੇ ਪ੍ਰੋਫੈਸਰ ਤੁਸੀਂ ਕੀ ਕਹਿਣਾ ਚਾਹੋਗੇ? देखो सारियां पार्टियां लगियां होईयां भावें ਉਹ ਨੈਸ਼ਨਲ ਲੈਵਲ ਤੇ ਲੱਗੀਆਂ ਉਹਨਾਂ ਦੇ ਨਾਂ ਤੇ ਜਿੱਥੇ ਪਹਿਲਾਂ ਇਲੈਕਸ਼ਨ ਆਉਣੀਆਂ ਉੱਥੇ ਜ਼ਿਆਦਾ ਤਤਪਰ ਆ। ਪ੍ਰੋਫੈਸਰ ਸਾਹਿਬ 6 ਮਹੀਨੇ ਤਾਂ ਆਲਰੇਡੀ ਹੋ ਚੁੱਕੇ ਕਿਸਾਨਾਂ ਨੂੰ ਬੈਠੇ ਨੂੰ। ਉਦੋਂ ਨਵਜੋਤ ਸਿੰਘ ਸਿੱਧੂ ਘਰੋਂ ਬਾਹਰ ਨਹੀਂ ਨਿਕਲੇ। ਉਦੋਂ ਸਿੱਧੂ ਸਿਰਫ ਆਪਣੇ ਗਮ ਦੇ ਵਿੱਚ ਹੀ ਡੁੱਬੇ ਰਹੇ, ਉਹਦਾ ਨਾਮ ਮਿਲਣ ਵਾਲੇ ਗਮ ਦੇ ਵਿੱਚ। ਹੁਣ ਸਾਬਿਤ ਕੀ ਕਰਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਖਾਸ ਕਰਕੇ ਇਹ ਕਿ ਕਿੰਨੀ ਕੁ ਵਾਰੀ ਇਹ ਧਰਨੇ ਦੇ ਵਿੱਚ ਗਏ, ਕਿੰਨੀ ਵਾਰੀ ਕਿਸਾਨਾਂ ਦੇ ਨਾਲ ਉੱਥੇ ਜਾ ਕੇ ਬੈਠੇ, ਤਾਂ ਹੁਣ ਕਿਉਂ? ਸਾਡਾ ਕ੍ਰਿਟਿਸਿਜ਼ਮ ਇਹ ਵਾਜਬ ਨਹੀਂ ਹੈਗਾ ਕਿਉਂਕਿ ਪੋਲੀਟੀਕਲ ਪਾਰਟੀਆਂ ਕਿਸੇ ਨੂੰ ਲਾਗੇ ਨਹੀਂ ਫਟਕਣ ਦਿੰਦੀਆਂ। ਤਾਂ ਪਰ ਬਿੱਟੂ ਨੇ ਕੋਸ਼ਿਸ਼ ਕੀਤੀ ਸੀ ਦੋਈ ਵਾਰੀ ਉਹਨਾਂ ਨੇ ਭਜਾਤਾ, ਹੱਥੋਂ ਪਾਈ ਵੀ ਹੋਈ। ਜਿਹੜੀਆਂ ਸਾਡੀਆਂ ਕਿਸਾਨ ਵੀਰਾਂ ਦੀਆਂ ਜਥੇਬੰਦੀਆਂ ਉਹ ਪੋਲੀਟੀਕਲ ਪਾਰਟੀਆਂ ਤੋਂ 100 ਕੋ ਦੂਰ ਰਹਿੰਦੀਆਂ। ਉਹਨਾਂ ਨੂੰ ਪਤਾ ਕਿ ਜੇ ਇਹ ਵਿੱਚ ਆਣ ਵੜੇ ਤੇ ਇਹਨਾਂ ਦਾ ਕੰਮ ਕਰ ਦੇਣਗੇ, ਫਿਰ ਉਹ ਮਲਾਈ ਲੈ ਜਾਣਗੇ, ਲੱਸੀ ਥੱਲੇ ਕਿਸਾਨਾਂ ਕੋਲ ਰਹਿ ਜੂਗੀ, ਪੀ ਲੈਣੀਆਂ ਡੋਲ ਤੇ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਹੋਵੋਗੇ। ਖਾਸ ਮੌਕਾ ਇਹ ਵੀ ਸੀਗਾ ਵੀ ਲੌਂਗ ਵੀਕਐਂਡ ਸੀਗਾ ਤੇ ਲੌਂਗ ਵੀਕਐਂਡ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਜਦੋਂ ਮੈਂ ਵਾਪਸ ਆਉਂਦੀ ਹਾਂ ਤੇ ਮੈਂ ਤੁਹਾਨੂੰ ਆਪਣਾ ਹਾਲ ਵੀ ਦੱਸਦੀ ਹਾਂ। ਖੈਰ ਮੇਰਾ ਤੁਹਾਨੂੰ ਪਤਾ ਚੱਲ ਹੀ ਜਾਂਦਾ ਹੈ ਕਿਉਂਕਿ ਸ਼ੋਅ ਦੇ ਵਿੱਚ ਬੈਠੀ ਹੋਈ ਹਾਂ, ਤੰਦਰੁਸਤ ਹਾਂ, ਸਿਹਤ ਬਿਲਕੁਲ ਠੀਕ ਹੈ। ਸੋ ਇਹੀ ਉਮੀਦ ਹੁੰਦੀ ਹੈ ਕਿ ਤੁਸੀਂ ਸਾਰੇ ਵੀ ਜਿਹੜੇ ਮੇਰੇ ਕਾਲਰਸ ਨੇ, ਜਿਹੜੇ ਲੋਕ ਕਾਲ ਵੀ ਨਹੀਂ ਕਰਦੇ ਵੈਸੇ ਵੀ ਦੇਖ ਰਹੇ ਨੇ ਸ਼ੋਅ ਨੂੰ, ਉਹ ਵੀ ਸਾਰੇ ਬਿਲਕੁਲ ਸਿਹਤਯਾਬ ਰਹਿਣ, ਬਿਲਕੁਲ ਠੀਕ ਹੋਣ। ਤੇ ਇਹ ਵੀ ਉਮੀਦ ਲਗਾਉਂਦੇ ਹਾਂ ਕਿ ਜਿਹੜੇ ਸਿਹਤ ਨਿਯਮ ਨੇ ਉਹਨਾਂ ਦੀ ਪਾਲਣਾ ਜਿਹੜੀ ਹੈ ਤੁਸੀਂ ਸਾਰਿਆਂ ਨੇ ਜ਼ਰੂਰ ਕੀਤੀ ਹੋਏਗੀ, ਕਿਉਂਕਿ ਹੋ ਸਕਦਾ ਹੈ ਕਿ ਅੱਜ ਜਿਹੜਾ ਹੈ ਐਲਾਨ ਹੋ ਜਾਏ, ਸਿਹਤ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ। ਖਾਸ ਕਰਕੇ BC ਨੂੰ ਲੈ ਕੇ ਵੀ ਕੋਈ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਡਾਈਨਿੰਗ ਜਿਸ ਤਰੀਕੇ ਨਾਲ ਹੈ, ਇਨ ਪਰਸਨ ਤੁਸੀਂ ਬੈਠ ਕੇ ਨਹੀਂ ਖਾ ਸਕਦੇ ਹੋ, ਇਕੱਠ ਜ਼ਿਆਦਾ ਨਹੀਂ ਕਰ ਸਕਦੇ ਹੋ। ਹਾਲਾਂਕਿ ਲੌਂਗ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲਿਆ ਵੀ ਲੋਕ ਗਏ ਇੱਕਾ ਦੁੱਕਾ ਥਾਵਾਂ ਦੇ ਉੱਤੇ, ਕਿਉਂਕਿ ਪ੍ਰੋਵਿੰਸ ਤੋਂ ਬਾਹਰ ਤਾਂ ਕਿਤੇ ਜਾ ਨਹੀਂ ਸਕਦੇ ਸੀਗੇ, ਲੰਬੇ ਰੂਟ ਤੇ ਜਾ ਨਹੀਂ ਸਕਦੇ ਸੀਗੇ। ਸੋ ਲੋਕਲ ਕਾਫੀ ਕਰਾਊਡ ਦੇਖਣ ਨੂੰ ਮਿਲਿਆ ਤੇ ਉਸ ਨੂੰ ਮੱਦੇਨਜ਼ਰ ਹੋ ਸਕਦਾ ਹੈ ਕਿ ਥੋੜੀ ਬਹੁਤ ਢਿੱਲ ਦਿੱਤੀ ਜਾਏ, ਪਰ ਜ਼ਿਆਦਾ ਉਮੀਦ ਜਿਹੜੀ ਹੈ ਨਹੀਂ ਜਤਾਈ ਜਾ ਰਹੀ ਹਜੇ ਵੀ ਇਸੇ ਤਰੀਕੇ ਨਾਲ, ਕਿਉਂਕਿ ਵੈਕਸੀਨੇਸ਼ਨ ਅਜੇ ਕੰਪਲੀਟ ਨਹੀਂ ਹੋਈ ਹੈ। 50% ਵੈਕਸੀਨ ਜਿਹੜੀ ਹੈ ਜੋ ਹੈਗੀ ਹੈ, ਪਰ ਇਹ ਕਿਹਾ ਜਾ ਰਿਹਾ ਵੀ ਜਿਹੜੇ ਲੋਕ ਰਹਿ ਗਏ ਨੇ ਉਹ ਕੁਝ ਲੋਕ ਜਿਨ੍ਹਾਂ ਨੂੰ ਆਲਰੇਡੀ ਜਿਹੜਾ ਪੋਜ਼ਿਟਿਵ ਆ ਰਹੇ ਨੇ ਉਹ ਉਹਨਾਂ ਲੋਕਾਂ ਨੂੰ ਵੀ ਹੈ ਸੰਕਰਮਿਤ ਕਰ ਸਕਦੇ ਨੇ। ਸੋ ਅਜੇ ਪਾਬੰਦੀਆਂ ਦੇ ਵਿੱਚ ਜ਼ਿਆਦਾ ਢਿੱਲ ਦੀ ਉਮੀਦ ਤਾਂ ਨਹੀਂ ਕੀਤੀ ਜਾ ਰਹੀ, ਪਰ ਦੇਖਦੇ ਹਾਂ ਕਿ ਸਿਹਤ ਅਧਿਕਾਰੀ ਜਦੋਂ ਅੱਜ ਅਨਾਊਂਸਮੈਂਟ ਕਰਨਗੇ ਤਾਂ ਕੀ ਜਿਹੜੀ ਹੈ ਚੇਂਜਸ ਆ ਸਕਦੇ ਨੇ ਨਿਯਮਾਂ ਦੇ ਵਿੱਚ। ਟਿਲ ਦੈਨ ਤੁਸੀਂ ਸਾਰੇ ਜਣੇ ਨਿਯਮਾਂ ਦਾ ਖਿਆਲ ਜ਼ਰੂਰ ਰੱਖਿਓ। ਇਸ ਤੋਂ ਇਲਾਵਾ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਚੱਲਦਾ ਹੀ ਰਹਿੰਦਾ। ਬਹੁਤ ਸਾਰੀਆਂ ਖਬਰਾਂ ਸਾਡੇ ਆਲੇ ਦੁਆਲੇ ਚੱਲ ਰਹੀਆਂ ਨੇ। BC ਦੇ ਅਪਡੇਟ ਦੇ ਵਿੱਚ ਤਾਂ ਅੱਜ ਜਿਹੜੇ ਅਨਾਊਂਸਮੈਂਟ ਨਵੀਆਂ ਹੋਣਗੀਆਂ ਮੰਗਲਵਾਰ ਨੂੰ, ਉਹਨਾਂ ਦੇ ਉੱਤੇ ਨਜ਼ਰ ਸਾਰਾ ਦਿਨ ਬਣੀ ਰਹੇਗੀ। ਚੈਨਲ ਪੰਜਾਬੀ ਦੇ ਹਰ ਪਲੇਟਫਾਰਮ ਤੇ ਤੁਸੀਂ ਦੇਖਦੇ ਰਹੀਓ, ਹਰ ਖਬਰ ਤੁਹਾਨੂੰ ਜਿਹੜੀ ਹੈ ਇਸ ਤੇ ਦਿਖਾਈ ਜਾਏਗੀ। ਤੇ ਇਸ ਤੋਂ ਇਲਾਵਾ ਭਾਰਤ ਦੀ ਗੱਲ ਕਰ ਲਈਏ ਤੇ ਭਾਰਤ ਦੇ ਵਿੱਚ ਜਿਹੜਾ ਹੈ ਅਜੇ ਨਾ ਤਾਂ ਕੋਈ ਕੰਟਰੋਲ ਵਾਲੀ ਸਿਚੁਏਸ਼ਨ ਨਜ਼ਰ ਆ ਰਹੀ ਹੈ। ਕੋਵਿਡ ਮਾਮਲਿਆਂ ਨੂੰ ਲੈ ਕੇ ਕਾਲਾ ਫੰਗਸ, ਚਿੱਟਾ ਫੰਗਸ, ਕਈ ਤਰ੍ਹਾਂ ਦੀਆਂ ਉੱਥੇ ਚੀਜ਼ਾਂ ਆ ਚੁੱਕੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਹਜੇ ਤੱਕ ਲੋਕ ਜੂਝ ਰਹੇ ਨੇ। ਤੇ ਸਰਕਾਰਾਂ ਜਿਹੜੀਆਂ ਨੇ ਉਹ ਕੋਸ਼ਿਸ਼ ਤਾਂ ਕਰ ਰਹੀਆਂ ਨੇ ਆਪਣੇ ਵੱਲੋਂ ਤੇ ਬਿਆਨ ਵੀ ਇਹੀ ਦਿੰਦੀਆਂ ਨੇ ਵੀ ਉਹ ਠੀਕ ਕਰ ਲੈਣਗੇ, ਹਾਲਾਤ ਕਰ ਲੈਣਗੇ, ਪਰ ਹਜੇ ਕੋਈ ਚੰਗੀ ਖਬਰ ਭਾਰਤ ਤੋਂ ਇਸ ਤਰ੍ਹਾਂ ਦੀ ਆ ਨਹੀਂ ਰਹੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਲੈ ਕੇ ਵੀ ਕਾਫੀ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀ ਵੀ ਸ਼ਾਂਤ ਬੈਠੇ ਨੇ ਕਿਸਾਨ, ਸਰਕਾਰ ਤੇ ਉਹਨਾਂ ਦੇ ਵਿਚਾਲੇ ਵੀ ਕੋਈ ਗੱਲਬਾਤ ਨਹੀਂ ਹੋ ਰਹੀ। ਪਰ ਅਚਾਨਕ ਜਿਹੜਾ 26 ਤਰੀਕ ਨੂੰ ਜਿਸ ਤਰੀਕੇ ਨਾਲ ਮੋਦੀ ਸਰਕਾਰ ਦੇ ਜਿਹੜੇ ਨੇ 7 ਸਾਲ ਪੂਰੇ ਹੋ ਰਹੇ ਨੇ ਤੇ ਉਸੇ ਦਿਨ ਨੂੰ ਕਿਸਾਨਾਂ ਨੇ, ਹੋਰ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਵੀ ਇਹ ਕਾਲਾ ਦਿਵਸ ਜਿਹੜਾ ਅਸੀਂ ਮਨਾਵਾਂਗੇ ਮੋਦੀ ਸਰਕਾਰ ਦਾ ਜਿਹੜਾ 26 ਮਈ ਨੂੰ, ਯਾਨੀ ਕਿ ਕੱਲ੍ਹ ਦਾ ਜਿਹੜਾ ਦਿਨ ਹੈ ਉਹ ਕਾਲੇ ਦਿਵਸ ਦੇ ਵਜੋਂ ਮਨਾਇਆ ਜਾਏਗਾ। ਸੋ ਭਾਰਤ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਬਹੁਤ ਜ਼ਿਆਦਾ ਵਿਰੋਧ ਕੀਤਾ ਜਾਏਗਾ ਸਰਕਾਰ ਦੀਆਂ ਜਿਹੜੀਆਂ ਕਾਰਵਾਈਆਂ ਨੇ ਜਾਂ ਸਰਕਾਰ ਜਿਹੜੇ ਕੰਮ ਹੈ ਉਹ ਅੱਧ ਅਧੂਰੇ, ਉਹਨਾਂ ਦਾ ਜਿਹੜਾ ਵਿਰੋਧ ਕੀਤਾ ਜਾਏਗਾ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਐਕਟਿਵ ਕਾਫੀ ਦਿਖਾਈ ਦਿੱਤੇ। ਨਵਜੋਤ ਸਿੰਘ ਸਿੱਧੂ ਨੂੰ ਬੇਸ਼ੱਕ ਕਿਸਾਨਾਂ ਦੇ ਕੋਲ ਜਾਣ ਦਾ ਵੇਲ ਨਹੀਂ ਹੈ ਜਾਂ ਹਾਲ ਚਾਲ ਉੱਥੇ ਜਾ ਕੇ ਪੁੱਛ ਲੈਣ ਜਾਂ ਉਹਨਾਂ ਦੇ ਨਾਲ ਇੱਕ ਦਿਨ ਬਹਿ ਹੀ ਜਾਣ, ਇਹ ਵਕਤ ਉਹਨਾਂ ਦੇ ਕੋਲ ਨਹੀਂ ਹੈ। ਪਰ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਆਪਣੇ ਜਿਹੜਾ ਪਟਿਆਲੇ ਵਾਲੀ ਥਾਂ ਤੇ ਉਹ ਰਿਹਾਇਸ਼ ਤੋਂ, ਉਹਨਾਂ ਨੇ ਕੀ ਕੀਤਾ ਕਿ ਝੰਡਾ ਕਾਲਾ ਲਹਿਰਾਇਆ, ਕਾਲਾ ਝੰਡਾ ਉਹਨਾਂ ਨੇ ਲਗਾਇਆ ਤੇ ਉਹ ਲਗਾ ਕੇ ਉਹਨਾਂ ਨੇ ਇਸ ਚੀਜ਼ ਨੂੰ ਜ਼ਾਹਿਰ ਕੀਤਾ ਹੈ ਕਿ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੋਦੀ ਸਰਕਾਰ ਜਿਹੜੀ ਹੈ ਸਰਕਾਰ ਚੁੱਪ ਬੈਠੀ ਹੈ, ਕਿਸਾਨਾਂ ਲਈ ਕੁਝ ਕਰ ਨਹੀਂ ਰਹੀ। ਹਾਲਾਂਕਿ ਥੋੜਾ ਬਹੁਤ ਰਗੜਾ ਉਹ ਆਪਣੀ ਸਰਕਾਰ ਕਾਂਗਰਸ ਨੂੰ ਵੀ ਜਿਹੜਾ ਇਨਡਾਇਰੈਕਟਲੀ
ਤਰੀਕਾ ਜਿਹੜਾ ਉਹਨਾਂ ਦਾ ਹੈਗਾ ਉਹ ਲਗਾਉਂਦੇ ਨਜ਼ਰ ਆਏ। ਸੋ ਇਸ ਸਾਰੇ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਨੂੰ ਆਖਿਰਕਾਰ ਹੁਣ ਯਾਦ ਕਿਵੇਂ ਆ ਗਈ, ਜਦੋਂ ਕਿ ਸਾਰੇ ਜਾਣਦੇ ਨੇ ਕਿ ਕਾਫੀ ਸਮਾਂ ਹੋ ਗਿਆ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਆਪਣੇ ਅਹੁਦੇ ਨੂੰ ਨਾ ਮਿਲਣ ਕਰਕੇ ਉਹਦੇ ਰੋਣੇ ਪਾ ਕੇ ਬੈਠੇ ਹੋਏ ਸੀਗੇ, ਤੇ ਉਦੋਂ ਤੱਕ ਕਿਸਾਨਾਂ ਦੇ ਨਾਲ ਉਹ ਡਟੇ ਵੀ ਨਹੀਂ, ਗੱਲਾਂ ਕਹਿੰਦੇ ਰਹੇ, ਘਰ ਦੇ ਵਿੱਚ ਬੈਠੇ ਟਵੀਟ ਕਰਦੇ ਰਹੇ ਨੇ, ਸਮਰਥਨਾਂ ਦੀਆਂ ਗੱਲਾਂ ਕਰਦੇ ਰਹੇ ਨੇ, ਪਰ ਕਿਸਾਨਾਂ ਦੇ ਕੋਲ ਜਾ ਕੇ ਉਹ ਬੈਠੇ ਨਹੀਂ ਹੈ। ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਫੈਸਰ ਮਨਜੀਤ ਤੋਂ ਹੀ ਅਸੀਂ ਸਾਰਾ ਐਨਾਲਿਸਿਸ ਜਿਹੜਾ ਉਹਨਾਂ ਤੋਂ ਜਾਣਾਂਗੇ ਕਿ ਆਖਿਰਕਾਰ ਸਿੱਧੂ ਨੂੰ ਹੁਣ ਯਾਦ ਕਿਵੇਂ ਆ ਗਈ। ਪ੍ਰੋਫੈਸਰ ਜਿਹੜੇ ਮੇਰੇ ਕਾਲਰ ਜਿਹੜੇ ਨਾਲ ਜੁੜਨਗੇ ਉਹਨਾਂ ਨੂੰ ਵੀ ਮੈਂ ਕਹਿੰਦਾ ਕਿ ਪਲੀਜ਼ ਮੁੱਦੇ ਦੇ ਉੱਤੇ ਰਹੋ, ਮੁੱਦੇ ਦੇ ਉੱਤੇ ਗੱਲ ਕਰਿਓ। ਪ੍ਰੋਫੈਸਰ ਮਨਜੀਤ ਨਾਲ ਵੀ ਤੁਸੀਂ ਮੁੱਦੇ ਦੇ ਉੱਤੇ ਹੀ ਗੱਲ ਕਰਿਓ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ। ਪ੍ਰੋਫੈਸਰ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਸ਼ੈਰੀ ਜੀ। ਪ੍ਰੋਫੈਸਰ ਸਾਹਿਬ, ਨਵਜੋਤ ਸਿੰਘ ਸਿੱਧੂ ਜਿਹੜੇ ਨੇ ਕਾਫੀ ਐਕਟਿਵ ਦਿਖਾਈ ਦਿੱਤੇ ਨੇ, ਹਾਲਾਂਕਿ ਉਹ ਥੋੜੇ ਦਿਨਾਂ ਬਾਅਦ ਜਿਹੜੀ ਹੈ ਐਕਟੀਵਿਟੀ ਜੀ ਉਹਨਾਂ ਦੀ ਕੁਝ ਨਜ਼ਰ ਆ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਦੇ ਹੁਣ ਝੰਡਾ ਜਿਹੜਾ ਕਾਲਾ ਉਹਨਾਂ ਨੇ ਲਗਾਇਆ ਹੈ, ਤੇ ਜਿਹੜਾ ਉਹਨਾਂ ਨੇ ਹੁਣ ਸਮਰਥਨ ਦੇਣ ਦੀ ਕਿਸਾਨਾਂ ਨੂੰ ਗੱਲ ਕੀਤੀ ਹੈ, ਦੋ ਪੱਖ ਜਿਹੜੇ ਨੇ, ਦੋ ਐਂਗਲ ਤੋਂ ਦੇਖਿਆ ਜਾ ਰਿਹਾ ਇਸ ਨੂੰ। ਇੱਕ ਤਾਂ ਕਿਸਾਨਾਂ ਦਾ ਸਮਰਥਨ ਦੇ ਰਹੇ ਨੇ, ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜਾ ਇਹ ਕਿ ਹੁਣ ਚੋਣਾਂ ਦਾ ਮੌਕਾ ਨੇੜੇ ਹੈ ਤੇ ਸਿਆਸੀ ਮੁਫਾਦ ਜਿਹੜਾ, ਸਿਆਸੀ ਲਾਹਾ ਜਿਹੜਾ ਲੈ ਰਹੇ ਨੇ, ਉਹ ਸਟੰਟ ਮਾਰ ਰਹੇ ਨੇ। ਜ਼ਾਹਿਰ ਜੀ ਗੱਲ ਹੈ, ਇਹਦੇ ਤੇ ਪ੍ਰੋਫੈਸਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਰੀਆਂ ਹੀ ਪਾਰਟੀਆਂ ਲੱਗੀਆਂ ਹੋਈਆਂ, ਭਾਵੇਂ ਉਹ ਨੈਸ਼ਨਲ ਲੈਵਲ ਤੇ ਲੱਗੀਆਂ ਉਹਨਾਂ ਦੇ ਨਾਂ ਤੇ, ਜਿੱਥੇ ਪਹਿਲਾਂ ਇਲੈਕਸ਼ਨ ਆਉਣੀਆਂ ਉੱਥੇ ਜ਼ਿਆਦਾ ਤਤਪਰ ਆ ਕਿ ਉੱਤਰਾਖੰਡ, ਪੰਜਾਬ, ਮਨੀਪੁਰ, ਗੋਆ, ਇਹਦੇ ਵਿੱਚ ਹੁਣ ਬੱਤਾਂ ਮਹੀਨਿਆਂ 'ਚ ਰਾਉਂਡ ਰੌਲਾ ਪੈਣਾ ਸ਼ੁਰੂ ਹੋ ਜਾਣਾ। ਇਸ ਕਰਕੇ ਸ਼ਹਿਰੀ ਇੱਥੇ ਜਿਹੜਾ ਪੋਲੀਟੀਕਲ ਪਾਰਟੀਆਂ ਜ਼ਿਆਦਾ ਐਕਟਿਵ ਆ, ਜ਼ਿਆਦਾ ਬਿਆਨਬਾਜ਼ੀ ਦੇ ਵਿੱਚ ਆਉਂਦੀ ਆ, ਪਰ ਕਿਸਾਨਾਂ ਦੇ ਮੁੱਦੇ ਤੇ ਕਮਾਲ ਕਰ ਦਿੱਤੀ ਹੈ। ਪੋਲੀਟੀਕਲ ਪਾਰਟੀਆਂ ਪਿੱਛੇ ਛੱਡਦੀਆਂ ਤੇ ਉਹ ਉਹਨਾਂ ਨੂੰ ਲੱਭਦੀਆਂ ਫਿਰਦੀਆਂ ਹੋਣ ਕਿ ਜੇ ਇਹਨਾਂ ਦਾ ਅਸੀਂ ਥੋੜਾ ਜਿਹਾ ਨਹੀਂ ਗੱਲ ਕਰਾਂਗੇ ਜਾਂ ਇਹਨਾਂ ਦੇ ਹੱਕ 'ਚ ਨਹੀਂ ਬੋਲਾਂਗੇ ਤਾਂ ਸਾਨੂੰ ਲੋਕਾਂ ਨੇ ਵੋਟਾਂ ਮੰਗਣ ਲਈ ਪਤਾ ਹੀ ਹੈ ਕਿ ਕਿਵੇਂ 12 ਪਾਰਟੀਆਂ ਨੇ ਇਸ ਗੱਲ ਦਾ ਕੀਤਾ ਕਿ ਅਸੀਂ ਤਿੰਨੇ ਕਾਨੂੰਨ ਜੇ ਪਾਵਰ ਚਾਹੇ ਤੇ ਤਿੰਨੇ ਕਾਨੂੰਨ ਵਾਪਸ ਲਵਾਂਗੇ। ਔਰ ਉਹ ਪਾਰਟੀਆਂ 12 ਬੜੀਆਂ ਜ਼ਬਰਦਸਤ ਪਾਰਟੀਆਂ। ਦੇਖੋ, ਤੁਸੀਂ TMC ਨੂੰ ਲੈ ਲਓ, ਫਿਰ CPI, CPM, DMK ਸਟਾਲਨ ਦੀ ਲੈ ਲਓ, ਸ਼ਿਵ ਸੈਨਾ ਲੈ ਲਓ, ਫਿਰ ਬਿਹਾਰ ਤੋਂ RJD, UP ਦੇ ਤੋਂ ਬਾਸਪਾ, ਇਸ ਤਰ੍ਹਾਂ ਕਾਫੀ ਨੰਬਰ ਪਾਰਟੀਆਂ ਦਾ ਹੈਗਾ, 12 ਪਾਰਟੀਆਂ। ਇਵਨ ਸ਼ੇਖ ਅਬਦੁੱਲਾ ਦੀ ਪਾਰਟੀ ਵੀ ਜਿਹੜੀ ਹੈ, ਫਾਰੂਕ ਅਬਦੁੱਲਾ ਦੀ ਪਾਰਟੀ ਜੰਮੂ ਕਸ਼ਮੀਰ, ਇਹ ਸਾਰਿਆਂ ਨੇ ਮਿਲ ਕੇ ਕਿਹਾ ਕਿ ਦੇਖੋ ਅਸੀਂ ਇੰਝ ਕਰਾਂਗੇ ਤੇ ਸਵਾਮੀਨਾਥਨ ਕਮੇਟੀ ਦੀ ਜਿਹੜੀ C2 MSP ਦੀ ਹੈਗੀ ਆ ਉਹ ਵੀ ਅਸੀਂ ਲਾਗੂ ਕਰਾਂਗੇ। ਇਹਦਾ ਮਤਲਬ ਇਹ ਹੈ ਕਿ ਕੱਲਾ ਨਵਜੋਤ ਸਿੰਘ ਸਿੱਧੂ ਹੀ ਨਹੀਂ ਆ, ਸਾਰੇ ਲੱਗੇ ਹੋਏ ਆਪੋ ਆਪਣੀਆਂ ਡੰਡ ਬੈਠਕਾਂ ਢਿੱਲਣ। ਹੁਣ ਰਹੀ ਗੱਲ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਬਾਰੇ ਪਰਟੀਕੁਲਰਲੀ ਕਰਨੀ ਆ, ਉਹ ਅੱਜ ਕੱਲ੍ਹ ਉਹਨਾਂ ਨੇ ਕਾਫੀ ਫਾਇਰਿੰਗ ਕਰਦੇ ਆ ਰੋਜ਼ ਹੀ, ਤਕਰੀਬਨ 1 2 3 4 ਤੇ ਕਰੇ ਦਿੰਦੇ ਆ। ਘੱਟੋ ਘੱਟ ਕਿਤੇ ਹੋਣਾ ਹੀ ਚਾਹੀਦਾ, ਤਾਂ ਹੀ ਕੋਈ ਗੱਲ ਨਵੀਂ ਚੱਲੂਗੀ, ਅਗਲੇ ਦਿਨ ਅਖਬਾਰਾਂ 'ਚ ਆਊਗੀ। ਤੇ ਟਵੀਟੀ ਹੋ ਰਹੀ ਹੈ। ਪਰ ਰਾਜਾ ਸਾਹਿਬ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਬੋਲਦੇ ਨਹੀਂ ਹੈ, ਕਿਤੇ ਕਿਤੇ ਵਿੱਚ ਕਰਦੇ, ਕਈ ਵਾਰੀ ਫਾਇਰ ਮਾਰਦੇ, ਪਰ ਇਹ ਜ਼ਿਆਦਾ ਮਾਰਦੇ ਆ। ਕਾਲਾ ਝੰਡੇ ਦਾ ਮਤਲਬ ਇੱਕ ਪਾਸੇ ਬਿਲਕੁਲ ਠੀਕ ਹੈ ਆਬਜ਼ਰਵੇਸ਼ਨ ਕਿ ਇੱਕ ਪਾਸੇ ਤੇ ਕਿਸਾਨਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਸਾਰੀਆਂ ਪਾਰਟੀਆਂ ਕਰ ਰਹੀਆਂ, ਤੇ ਨਵਜੋਤ ਸਿੰਘ ਸਿੱਧੂ ਵੀ ਕਰੂਗਾ, ਪਾਰਟੀਆਂ ਵੀ ਕਰ ਰਹੀਆਂ, ਅਕਾਲੀ ਦਲ ਵੀ, ਆਪ ਵੀ, ਇਹ ਸਾਰੇ ਕਰ ਰਹੇ। ਤਾਂ ਉਹ 12 ਪਾਰਟੀਆਂ 'ਚ ਨਹੀਂ ਗਏ, ਨਾ ਆਪ 12 ਪਾਰਟੀ ਮੈਨੂੰ ਨਾ ਸ਼੍ਰੋਮਣੀ ਅਕਾਲੀ ਦਲ ਦਿਖਿਆ, ਪਰ ਫਿਰ ਵੀ ਉਹ ਇੰਡੀਪੈਂਡੈਂਟਲੀ ਇਸ ਦਾ ਕਰ ਰਿਹਾ। ਤੇ ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਮੌਕੇ ਨੂੰ ਕਿਵੇਂ ਜਾਣ ਦੇ ਸਕਦੇ। ਉਹਨਾਂ ਨੇ ਆਪਣੀ ਨਵਜੋਤ ਕੌਰ ਸਿੱਧੂ ਦੇ ਨਾਲ ਰਲ ਕੇ ਜਿਹੜੇ ਵੱਡਾ ਝੰਡਾ ਚੱਕਿਆ ਉੱਤੇ ਲਾਇਆ। ਮੀਡੀਆ ਦੇ ਨਾਲ ਪਹਿਲਾਂ ਹੁੰਦਾ ਹੀ ਆ, ਤੁਹਾਨੂੰ ਪਤਾ, ਜਿਹੜੇ ਮਕਸਦ ਇੱਕ ਤੇ ਕਿਸਾਨਾਂ ਦੇ ਨਾਲ ਜਾਂ ਇਹ ਵੀ ਹੈ ਦਿਖਾਲਣ ਲਈ ਥੋੜਾ ਜਿਹਾ ਕੈਪਟਨ ਸਾਹਿਬ ਨੂੰ ਵੀ ਕਾਲਾ ਝੰਡਾ ਦਿਖਾਇਆ ਕਿ ਦੇਖੋ ਸਾਡਾ ਰੋਸ ਤੇਰੇ ਵਿਰੁੱਧ ਵੀ ਹੈਗਾ, ਹੈ ਨਾ। ਬਿਲਕੁਲ ਜੀ, ਤੇ ਇਸ ਕਿਸਮ ਦਾ ਮੈਸੇਜ ਗਿਆ ਆ। ਬਾਕੀ ਮਸ਼ਕਾਂ ਹੋ ਰਹੀਆਂ ਬੜੀਆਂ ਜ਼ਿਆਦਾ, ਦਾਵਾ ਸਾਹਿਬ ਨਾਲ ਆ, ਇੰਚਨੀ ਨਾਲ ਆ, ਹੋਰ ਕਈ ਬੰਦੇ ਚ ਕਾਫੀ ਜੁੜੇ ਆ ਤੇ ਲੱਗੇ ਹੋਇਆ ਕਿ ਅੰਦਰ ਜੰਗ ਜ਼ਿਆਦਾ ਆ, ਬਾਹਰ ਅਜੇ ਜੰਗ ਘੱਟ ਆ ਕਾਂਸ ਦੇ। ਹਾਂਜੀ ਜੀ ਕਾਲਰ ਵੀ ਆਪਣੇ ਨਾਲ ਜੁੜੇ ਨੇ ਜੀ। ਕੰਗ ਜੀ, ਤੁਸੀਂ ਕਾਲ ਕਰ ਰਹੇ ਸੀ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਮੈਂ ਫੋਨ ਪਿਕ ਨਹੀਂ ਕਰ ਪਾਈ ਤੁਹਾਡਾ। ਪ੍ਰੋਫੈਸਰ ਸਾਹਿਬ, 6 ਮਹੀਨੇ ਤਾਂ ਆਲਰੇਡੀ ਹੋ ਚੁੱਕੇ ਕਿਸਾਨਾਂ ਨੂੰ ਬੈਠੇ ਨੂੰ, ਉਦੋਂ ਨਵਜੋਤ ਸਿੰਘ ਸਿੱਧੂ ਘਰੋਂ ਬਾਹਰ ਨਹੀਂ ਨਿਕਲੇ, ਉਦੋਂ ਸਿੱਧੂ ਸਿਰਫ ਆਪਣੇ ਗਮ ਦੇ ਵਿੱਚ ਹੀ ਡੁੱਬੇ ਰਹੇ, ਉਹਦਾ ਨਾਮ ਮਿਲਣ ਵਾਲੇ ਗਮ ਦੇ ਵਿੱਚ। ਹੁਣ ਸਾਬਿਤ ਕੀ ਕਰਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਖਾਸ ਕਰਕੇ ਇਹ ਕਿ ਕਿੰਨੀ ਕੁ ਵਾਰੀ ਇਹ ਧਰਨੇ ਦੇ ਵਿੱਚ ਗਏ, ਕਿੰਨੀ ਵਾਰੀ ਕਿਸਾਨਾਂ ਦੇ ਨਾਲ ਉੱਥੇ ਜਾ ਕੇ ਬੈਠੇ, ਤਾਂ ਹੁਣ ਕਿਉਂ? ਸ਼ਹਿਰੀ ਸਾਡਾ ਕ੍ਰਿਟਿਸਿਜ਼ਮ ਹੈ ਵਾਜਬ ਨਹੀਂ ਹੈਗਾ, ਕਿਉਂਕਿ ਪੋਲੀਟੀਕਲ ਪਾਰਟੀਆਂ ਕਿਸੇ ਨੂੰ ਲਾਗੇ ਨਹੀਂ ਫਟਕਣ ਦਿੰਦੀਆਂ।
ਤੁਹਾਨੂੰ ਪਰ ਬਿੱਟੂ ਨੇ ਕੋਸ਼ਿਸ਼ ਕੀਤੀ ਸੀ 2 ਵਾਰੀ, ਦੋਈ ਵਾਰੀ ਉਹਨਾਂ ਨੇ ਭਜਾਤਾ, ਹੱਥੋਂ ਪਾਈ ਵੀ ਹੋਈ। ਜੀ ਜਿਹੜੀਆਂ ਸਾਡੀਆਂ ਕਿਸਾਨ ਵੀਰਾਂ ਦੀਆਂ ਜਥੇਬੰਦੀਆਂ ਉਹ ਪੋਲੀਟੀਕਲ ਪਾਰਟੀਆਂ ਤੋਂ 100 ਕੋ ਦੂਰ ਰਹਿੰਦੀਆਂ। ਉਹਨਾਂ ਨੂੰ ਪਤਾ ਕਿ ਜੇ ਇਹ ਵਿੱਚ ਆਣ ਵੜੇ ਤੇ ਇਹਨਾਂ ਦਾ ਕੰਮ ਕਰ ਦੇਣਗੇ, ਫਿਰ ਉਹ ਮਲਾਈ ਲੈ ਜਾਣਗੇ, ਲੱਸੀ ਥੱਲੇ ਕਿਸਾਨਾਂ ਕੋਲ ਰਹਿ ਜੂਗੀ, ਪੀ ਲੈਣ ਜਾਂ ਡੋਲ ਦੇਣ। ਇਸ ਲਈ ਉਹਨਾਂ ਨੂੰ ਅੱਗੇ ਆ ਇਹ, ਤੇ ਉਹਨਾਂ ਨੇ ਇੱਕ ਨਵੀਂ ਗੱਲ ਕੀਤੀ ਹੈ ਕਿ ਇਹਨਾਂ ਨੂੰ ਦੂਰ ਰੱਖਦਿਆਂ ਹੋਇਆ ਇਹੋ ਜਿਹਾ ਇਹਨਾਂ ਦਾ ਕੰਮ ਕੀਤਾ ਆ ਕਿ ਉਹ ਸਾਰੇ ਹੁਣ ਲੱਭਦੇ ਫਿਰਦੇ, ਕਿਸਾਨ ਨਹੀਂ ਲੱਭਦੇ, ਕਿਸਾਨ ਲੱਭੋ, ਕਿਸਾਨਾਂ ਨੂੰ ਇਹਨਾਂ ਦਾ ਕਰੋ ਤਾਂ ਕਿ ਇਹਨਾਂ ਨੂੰ ਥੋੜੀ ਬਹੁਤੀ ਕੋਈ ਖੈਰ ਪੈ ਜਾਏ। ਹੁਣ ਇੱਧਰ ਨੂੰ ਚੱਲਿਆ ਹੋਇਆ, ਤੇ ਇਸ ਕਰਕੇ ਜੇ ਇਹ ਜਾਂਦੇ ਵੀ ਉਹਨਾਂ ਨੇ ਕਿਤੇ ਇਹਨਾਂ ਨੂੰ ਸਟੇਜ ਤੇ ਥੋੜੇ ਨੇੜੇ ਤੇੜੇ ਆਉਣ ਦੇਣਾ ਸੀ, ਉਹ ਨਹੀਂ ਆਉਣ ਦਿੰਦੇ ਆ, ਕਿਸੇ ਨੂੰ ਨਹੀਂ ਆਉਣ ਦਿੰਦੇ। ਹਾਂ, ਇਹ ਤੁਹਾਡਾ ਕ੍ਰਿਟਿਸਿਜ਼ਮ ਹੋ ਸਕਦਾ ਵੀ ਜੇ ਬਿੱਟੂ ਉੱਥੇ 3-4 MP ਔਜਲਾ ਹੋਰ ਸਾਰੇ ਜੰਤਰ ਮੰਤਰ ਤੇ ਮਹੀਨਿਆਂ ਭਰ ਬੈਠੇ ਰਹੇ ਠੰਡ ਦੇ ਵਿੱਚ, ਭਾਵੇਂ ਧੁੱਪ ਵੀ ਸੇਕਦੇ ਹੋਣਗੇ, ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਬੈਠੇ ਤੇ ਹੈ ਹੀ ਨਾ। ਇਹ ਕਿਉਂ ਨਹੀਂ ਕੀਤਾ ਇਹਨਾਂ ਨੇ, ਕਿਉਂ ਨਹੀਂ ਆਪਣਾ ਕੁਝ ਬਿਲਕੁਲ ਉੱਥੇ ਜਾ ਕੇ ਆਪਣੀ ਤਾਂ ਉੱਥੇ ਜਤਾ ਹੀ ਸਕਦੇ ਸੀਗੇ, ਆਪਣੀ ਇੱਕ ਵਾਰੀ ਜਾ ਕੇ, ਬੇਸ਼ੱਕ ਉਹ ਵੀ ਸਿਆਸੀ ਸਟੰਟ ਹੀ ਮੰਨਿਆ ਜਾਣਾ ਸੀਗਾ ਜੇ ਉੱਥੇ ਚਲੇ ਵੀ ਜਾਂਦੇ। ਪ੍ਰੋਫੈਸਰ ਸਾਹਿਬ ਆਪਣੇ ਨਾਲ ਕੰਗ ਸਾਹਿਬ ਜੁੜੇ ਹੋਏ ਨੇ ਜੀ। ਕੰਗ ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈਗਾ, ਜਿਹੜੇ ਹੁਣ ਸਿੱਧੂ ਹੁਣੀ ਹੁਣ ਨਿਕਲੇ ਆ ਬਾਹਰ 100 ਸਾਲਾਂ ਬਾਅਦ, ਕਿਉਂਕਿ ਪਹਿਲਾਂ ਇੱਥੇ ਹੀ ਸੀਗੇ ਉਹ, ਇਹ ਸਿਰਫ ਹੁਣ ਆਪਣੇ ਚੌਧਰ ਲਈ ਕਿ ਮੈਨੂੰ ਕੋਈ ਅਹੁਦਾ ਮਿਲ ਜਾਵੇ ਤਾਰ ਕਰਕੇ ਆਏ ਆ ਜੀ। ਹੋਰ ਇਹਨਾਂ ਦੀ ਕੋਈ ਕਿਸਾਨਾਂ ਦੇ ਨਾਲ ਕੋਈ ਹੈ ਨਹੀਂ ਹੈਗਾ ਕੁਝ ਵੀ। ਬਿਲਕੁਲ, ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਸਰ, ਥੈਂਕ ਯੂ ਜੀ। ਜੀ ਸ਼ਹਿਰੀ ਇਸ ਤਰ੍ਹਾਂ ਆ ਕਿ ਦੇਖੋ ਉਹਨਾਂ ਦੀ ਅੰਦਰੂਨੀ ਜੰਗ ਤੇ ਹੈਗੀ ਆ। ਦੇਖੋ ਹੁਣ ਆਪਾਂ ਟੂ ਬੀ ਫੇਅਰ ਵਿਦ ਸਿੱਧੂ, ਇਹਨਾਂ ਦੀ ਗੱਲ ਮੈਂ ਜਿਹੜੇ ਹੁਣ ਸਪੀਕਰ ਬੋਲ ਰਹੇ ਕੰਗ ਸਾਹਿਬ, ਕਿ ਸਿੱਧੂ ਇੱਕ ਇਸ ਤਰੀਕੇ ਦੀ ਚੀਜ਼ ਆ ਕਿ ਜਿਹੜੀ ਮਤਲਬ ਮੈਂ ਲਾਈਟਰ ਵਿੱਚ ਕਹਿਦਾ, ਇੱਕ ਗਾਣਾ ਸੀ ਪੰਜਾਬੀ ਦਾ ਕਿ ਤੂੰ ਚੀਜ਼ ਬੜੀ ਆ ਮਸਤ ਮਸਤ, ਇਹ ਬੜੀ ਮਸਤ ਚੀਜ਼ ਹੈ, ਇੰਨਾ ਸੌਖਾ ਨਹੀਂ ਇਹਨੂੰ ਡੀਕੋਡ ਕਰਨਾ। ਇੱਕ ਪਾਪੂਲਰ ਅਕਸ ਹੈਗਾ ਉਹਨਾਂ ਦਾ, ਉਹਨਾਂ ਦਾ ਆਪਣਾ ਸਟਾਈਲ ਆ ਗੱਲ ਕਰਨ ਦਾ, ਭਾਵੇਂ ਸਾਨੂੰ ਨਾ ਪਸੰਦ ਹੋਵੇ, ਅਸੀਂ ਭਾਵੇਂ ਇਹ ਮੱਥਾ ਪਟਕੀਏ, ਕੰਧ ਨਾ ਮਾਰੀਏ ਵੀ ਆਹ ਕੀ ਤਰੀਕਾ ਆ, ਪਰ ਜਿਵੇਂ ਮੋਦੀ ਦਾ ਸਟਾਈਲ ਆ, ਮੋਦੀ ਨੂੰ ਲੋਕ ਪਸੰਦ ਨਹੀਂ, ਕਿੰਨੇ ਮੋਦੀ ਭਗਤ ਬਣਾਏ ਹੋਏ ਆ। ਸਾਨੂੰ ਭਾਵੇਂ ਐਵੇਂ ਲੱਗਦਾ ਕਿ ਬਾਹਾਂ ਝੂਠ ਬੋਲਣ ਲੱਗੇ, ਹੁਣ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਜਦੋਂ ਜ਼ਿਆਦਾ ਬਾਹਾਂ ਖਿਲਾਰੀਆਂ ਹੁਣ ਇਹ ਕੋਈ ਵੱਡਾ ਉੱਪਰ ਵਾਲਾ ਝੂਠ 7ਵੇਂ ਸਮਾਨ ਵਾਲਾ ਉੱਡ ਕੇ ਮਾਰਨਗੇ, ਪਰ ਲੋਕੀ ਪਸੰਦ ਕਰਦੇ ਆ, ਉਹ ਐ ਤਾੜੀਆਂ ਵੀ ਮਾਰਦੇ ਆ ਤੇ ਐਂ ਵੀ ਕਰਦੇ ਆ, ਹਨਾ। ਇਸੇ ਤਰੀਕੇ ਨਾਲ ਸਿੱਧੂ ਦਾ ਦੇਖੋ, ਮਾਰੋ ਤਾੜੀ, ਮਾਰੋ ਮਾਰੋ ਤਾੜੀ, ਲੋਕ ਪਸੰਦ ਕਰਦੇ ਆ। ਇੱਕ ਤੇ ਇਹ ਗੱਲ, ਦੂਜਾ ਇਹਨਾਂ ਤੇ ਨਾ ਕੋਈ ਉਸ ਕਿਸਮ ਦਾ ਟਿਕਲ ਜਿਹੜੇ ਪੋਲੀਟੀਸ਼ੀਅਨ ਆ ਉਹ ਰੰਗ ਨਹੀਂ ਚੜਿਆ ਹੋਇਆ ਕਿ ਹੇਰਾ ਫੇਰੀ ਕਰ ਲਈ, ਖਾ ਲਿਆ, ਰੇਤਾ ਵੀ ਖਾ ਲਈ, ਬਜਰੀ ਵੀ ਖਾ ਲਈ, ਨਸ਼ੇ ਵੀ ਵੇਚ ਲਏ, ਕਰਪਸ਼ਨ ਤੋਂ ਥੋੜਾ ਜਿਹਾ ਪਰੇ ਰਹੇ। ਨਹੀਂ, ਕਿਸੇ ਕਿਸਮ ਦੀ ਲੁੱਟ ਖਸੁੱਟ ਨਹੀਂ ਜੁੜੀ ਹੋਈ, ਹੈ ਨਾ। ਇਸ ਲਈ ਫਿਰ ਵੀ ਸਟਾਰ ਵੀ ਹੈਗੇ ਆ, ਕ੍ਰਿਕਟ ਦੇ ਰਹੇ ਆ, TV ਸਟਾਰ ਹੈਗੇ ਆ, ਤੇ ਇੱਥੇ ਵੀ ਉਹ MP ਰਹੇ 3 ਵਾਰੀ BJP ਦੇ, ਤੇ ਹੁਣ ਵੀ ਉਹ ਚਾਹੁੰਦੇ ਕਿ ਮੈਨੂੰ ਜਗ੍ਹਾ ਤੇ ਚੰਗੀ ਮਿਲੀ ਸੀ, ਉਹਨੇ ਕਰ ਲਿਆ ਕਿ ਚਲਾਈ ਨਹੀਂ, ਗੱਡੀ ਤੇ ਮਿਲ ਗਈ, ਉਹ ਮਾਮਾ ਆ ਕੇ ਘੁੱਗੂ ਲੈ ਦੇ, ਉਹਨੇ ਘੁੱਗੂ ਲੈ ਦਿੱਤਾ, ਕਹਿੰਦਾ ਹੁਣ ਇਹਨੂੰ ਵਿੱਚ ਵਜਾਬ ਦੇ, ਮੈਨੂੰ ਵਜਾਉਣਾ ਨਹੀਂ ਆਉਂਦਾ। ਵੀ ਮਿਨਿਸਟਰੀ ਤੇ ਮਿਲ ਵੀ ਗਈ ਨੰਬਰ 3 ਦੀ, ਕੋਈ ਛੋਟੀ ਮਿਨਿਸਟਰੀ ਨਹੀਂ ਸੀ। ਉਹਦੋਂ ਬਾਅਦ ਡਿਪਟੀ ਚੀਫ ਮਿਨਿਸਟਰ ਬਣਨਾ ਚਾਹੀਦਾ ਸੀ, ਇਹ ਘਰੇ ਬਹਿ ਗਏ ਜਾਂ ਬਿਠਾ ਤੇ। ਐਗਜ਼ੈਕਟਲੀ ਪ੍ਰੋਫੈਸਰ ਸਾਹਿਬ, ਇਹੀ ਹੈ ਕਿ ਘਰ ਤੋਂ ਬੈਠ ਕੇ ਹੀ ਝੰਡੇ ਲਗਾ ਦੇਣਾ, ਘਰ ਤੋਂ ਬੈਠੇ ਐਲਾਨ ਕਰ ਦੇਣਾ, ਘਰ ਤੋਂ ਬੈਠੇ ਟਵੀਟ ਦੀ ਜੰਗ ਛੇੜਨਾ, ਤੇ ਘਰ ਤੋਂ ਬੈਠੇ ਕਿਸਾਨਾਂ ਦਾ ਜਿਹੜਾ ਸਮਰਥਨ ਕਰ ਦੇਣਾ, ਕਿ ਘਰ ਤੋਂ ਬੈਠੇ ਹੀ ਸਿੱਧੂ ਜਿਹੜੀ ਹੈ ਸਾਰੀ ਪੋਲਿਟਿਕਸ ਚਲਾਉਣਾ ਚਾਹੁੰਦੇ ਨੇ, AC ਦੇ ਕਮਰੇ ਦੇ ਵਿੱਚ ਬਹਿ ਕੇ ਉਥੋਂ ਕੋਈ ਵੀ ਅਨਾਉਂਸਮੈਂਟ ਕਰ ਦੋ। ਤੁਹਾਨੂੰ ਲੱਗਦਾ ਹੈ ਵੀ ਇਹੋ ਜਿਹਾ ਲੀਡਰ ਜਿਹੜਾ ਘਰ ਦੇ ਵਿੱਚ ਬੈਠਾ ਹੀ ਐਲਾਨ ਕਰ ਦੂਗਾ, ਉਹ ਲੋਕਾਂ ਨੂੰ ਬਹੁਤ ਪਸੰਦ ਆਏਗਾ? ਇੱਕ ਗੱਲ ਮੈਂ ਸ਼ਹਿਰੀ ਤੁਹਾਡੀ ਨਾਲ ਸਹਿਮਤ ਹਾਂ ਕਿ ਜੇ ਤੁਸੀਂ ਫਿਕਸ ਕਰਨੀ ਆ, ਜੇ ਰਾਜੇ ਨੂੰ ਵੀ ਇਹ ਜਿਸ ਤਰੀਕੇ ਨਾਲ ਰੋਜ਼ ਕੋਸ਼ਿਸ਼ ਕਰਦੇ ਆ, ਕੋਈ ਲੋਹੇ ਦੇ ਚਣੇ ਚਬਾਉਣੇ ਜਾਂ ਕੋਈ ਆਪਣਾ ਸੈਟਲ ਕਰਨੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ, ਤਾਂ ਫਿਰ ਕੋਈ ਅਲਟਰਨੇਟਿਵ ਪੁਖਤਾ ਰਾਜਨੀਤਿਕ ਸਟ੍ਰੈਟਜੀ ਤੇ ਹੋਣੀ ਚਾਹੀਦੀ ਆ। ਕੱਲਾ ਬੈਠ ਗਏ, ਸੁਖਜਿੰਦਰ ਸਿੰਘ ਰੰਧਾਵੇ ਨੂੰ ਲੈ ਲਿਆ, ਚੰਨੀ ਨੂੰ ਲੈ ਲਿਆ, ਉਧਰੋਂ ਪ੍ਰਤਾਜਵੇ ਨੂੰ ਲੈ ਲਿਆ, ਦੁੱਲੋ ਆ ਗਿਆ, ਕਿਸੇ ਨੇ ਹੋਰ ਵੀ ਟੋਣਾ, ਹੈ ਨਾ। ਇਹ ਪਰਦੇ ਇਹਨਾਂ ਦੇ ਮਿੱਤਰ ਆ, ਉਹ ਤੇ ਚਲੋ ਇਹ ਬਹੁਤ ਬੋਜ਼ਮ ਫਰੈਂਡ ਹੈ। ਪ੍ਰੋਫੈਸਰ ਜੀ, ਕਿਸੇ ਦੂਜੇ ਨੂੰ ਵੀ ਭੰਡਣਾ ਹੈ, ਜੇ ਕਿਸੇ ਦੂਜੇ ਨੂੰ ਵੀ ਭੰਡਣਾ ਤੇ ਪਹਿਲਾਂ ਆਪਦੀ ਮੰਜੀ ਥੱਲੇ ਤਾਂ ਸੋਟਾ ਫੇਰਨਾ ਪਊਗਾ ਨਾ, ਘਰੋਂ ਬਾਹਰ ਤਾਂ ਨਿਕਲਣਾ ਪਏਗਾ ਨਾ ਕੁਝ ਕਰਨ ਲਈ। ਨਹੀਂ, ਮੈਂ ਤੁਹਾਨੂੰ ਉੱਥੇ ਹੀ ਲੱਗਾ ਸੀ ਹੁਣ ਕਿ ਇਹਦੇ ਨਾਲ ਮੀਟਿੰਗਾਂ ਕਰਕੇ ਅਨਫ ਨਹੀਂ ਹੈ। ਮੈਂ ਵੀ ਇਹੀ ਗੱਲ ਕਹਿੰਦਾ, ਬਿਲਕੁਲ, ਜੇ ਲੋਕ ਇਹਨਾਂ ਨੂੰ ਇੰਨਾ ਪਿਆਰ ਕਰਦੇ, ਸਤਿਕਾਰ ਦਿੰਦੇ ਆ, ਉਹਨਾਂ ਦੀ ਗੱਲ ਸੁਣਦੇ ਆ, ਤਾਂ ਫਿਰ ਇਹਨਾਂ ਨੂੰ ਮੈਦਾਨ 'ਚ ਉਤਰਨਾ ਪਊਗਾ। ਅਸੀਂ ਵੀ ਬੜੀ ਦੇਰ ਦਾ ਕਹਿ ਰਹੇ ਹਾਂ, ਪਤਾ ਨਹੀਂ ਹੁਣ ਕਿਉਂ ਨਹੀਂ ਉਤਰ ਰਹੇ, ਜਾਂ ਤੇ ਥੋੜੇ ਵੀ ਵਾਵਾ ਵਿਸ਼ਵਾਸ ਕਰ
ਸਕਦੇ ਆ। ਤੇ ਹੋ ਸਕਦਾ ਪੰਡਤਾਂ ਨੇ ਕਿਹਾ ਹੋਵੇ ਕਿ ਅਜੇ ਗ੍ਰਹਿ ਜਿਹੜਾ ਸ਼ਨੀ ਦਾ ਮੂਡ ਠੀਕ ਨਹੀਂ ਆਇਆ, ਅਜੇ ਥੋੜੀ ਦੇਰ ਠਹਿਰੋ, ਕੁਝ ਹੋਰ ਹਵਨ ਹੁਮਨ ਕਰਨਗੇ। ਤੇ ਕਈ ਗੱਲਾਂ ਹੁੰਦੀਆਂ ਸਾਨੂੰ ਨਹੀਂ ਪਤਾ, ਆਪਾਂ ਤੇ ਕਿਉਂਕਿ ਪੰਡਤਾਂ ਕੋਲ ਜਾਂਦੇ ਨਹੀਂ, ਜਿਹੜੇ ਜਾਂਦੇ ਆ ਉਹਨਾਂ ਲਈ ਤੇ ਬਹੁਤ ਇੰਪੋਰਟੈਂਟ ਗੱਲਾਂ ਹੈਗੀਆਂ। ਹੋ ਸਕਦਾ ਉਹਨਾਂ ਨੇ ਅਜੇ ਕੋਈ ਇਹਨਾਂ ਦਾ ਸ਼ੁਭ ਇਹੋ ਜਿਹਾ ਦਿਹਾੜਾ ਨਾ ਮਹੂਰਤ ਨਹੀਂ ਨਿਕਲਿਆ ਤੇ ਜਿਹਦੇ ਮਹੂਰਤ ਨਹੀਂ ਨਿਕਲਿਆ। ਤੇ ਇਹ ਗੱਲ ਮੈਂ ਬਿਲਕੁਲ ਕਹਿੰਦਾ ਆ ਕਿ ਕੋਈ ਵੀ ਹੋਵੇ ਉਹਨੂੰ ਜੇ ਤੁਸੀਂ ਸਾਫ਼ ਕਰਨਾ ਤੇ ਚਿੱਕੜ 'ਚ ਉਤਰਨਾ ਹੀ ਪਊ। ਜੇ ਤੁਸੀਂ ਲੋਕਾਂ ਦੇ ਲੀਡਰ ਬਣਨਾ ਤੇ ਲੋਕਾਂ ਨਾਲ ਖੜੇ ਹੀ ਹੋਣਾ ਪਊ। ਤੁਹਾਨੂੰ ਕਰੋਨਾ ਹੋ ਗਿਆ ਜਾਂ ਨਾ ਹੋ ਗਿਆ ਉਹਦੀ ਪਰਵਾਹ ਨਹੀਂ। ਤੁਸੀਂ ਜਿਹੋ ਜਿਹੇ ਲੋਕ ਹੈ ਲੋਕਾਂ ਦੇ ਵਿੱਚ ਹੋ ਕੇ ਕੰਮ ਕਰਨਾ ਪਊ। ਆਪਾਂ ਉੱਪਰ ਬੈਠੇ ਜਿਹੜੇ ਆ ਨਾ, ਉੱਪਰ ਦੇ ਟਵਿੱਟਰ, ਉਹ ਥੋੜੀ ਦੇਰ ਤੇ ਠੀਕ ਆ, ਪਰ ਲੰਬੀ ਦੇਰ ਦੇ ਵਿੱਚ ਧਰਾਤਲ ਤੇ ਉਤਰ ਕੇ ਹੀ ਇਹ ਲੜਾਈਆਂ ਲੜਨੀਆਂ ਪੈਂਦੀਆਂ। ਹਾਂਜੀ ਸ਼ਾਇਦ ਜੀ। ਪਰ ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਬਿਜਲੀ ਮਹਿਕਮਾ ਜਿਹੜਾ ਉਹ ਮਿਲ ਰਿਹਾ ਸੀਗਾ, ਲੋਕਲ ਬਾਡੀ ਮਹਿਕਮੇ ਦੀ ਜਿਹੜੀ ਹੈ ਉਹਦੇ ਤੇ ਅੜੇ ਰਹੇ, ਇੰਨੀ ਅੜੀ ਪਾਈ ਕਿ 2 ਸਾਲ ਤੱਕ ਸਿੱਧੂ ਘਰ ਦੇ ਵਿੱਚ ਹੀ ਬੈਠੇ ਹੋਏ ਹੈ। ਉਸੇ ਨਾਰਾਜ਼ਗੀ ਦੇ ਕਰਕੇ ਉਦੋਂ ਵੀ ਕਿਸਾਨਾਂ ਲਈ, ਜਦੋਂ ਕਿਸਾਨਾਂ ਨੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੀ ਕੁਝ ਕੀਤਾ ਜਾ ਸਕਦਾ ਸੀ। ਹਾਲਾਂਕਿ ਜੇ ਸਿੱਧੂ ਬਿਜਲੀ ਮਹਿਕਮਾ ਲੈਂਦੇ ਤਾਂ ਤੁਹਾਨੂੰ ਨਹੀਂ ਲੱਗਦਾ ਪ੍ਰੋਫੈਸਰ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦੀ ਮਦਦ ਹੋ ਸਕਦੀ ਸੀ, ਪਿੰਡਾਂ ਦੀ ਹੈਲਪ ਹੋ ਸਕਦੀ ਸੀਗੀ? ਜੇ ਇਹ ਬਾਦਲਾਂ ਦੇ ਉੱਤੇ ਟੈਗ ਲਾਉਂਦੇ ਨੇ ਕਿ ਬਾਦਲਾਂ ਦੇ ਸਮੇਂ ਦੇ ਵਿੱਚ ਬਿਜਲੀ ਦੇ ਰੇਟ ਵਧੇ, ਲੋਕਾਂ ਦੇ ਉੱਤੇ ਵਾਧੂ ਬੋਝ ਪਿਆ, ਤਾਂ ਕਿਤੇ ਨਾ ਕਿਤੇ ਇਹ ਹੈਲਪ ਤਾਂ ਕਰ ਹੀ ਸਕਦੇ ਸੀ, ਬਿਜਲੀ ਸਸਤੀ ਹੋ ਸਕਦੀ ਸੀਗੀ ਜੋ ਮਹਿਕਮਾ ਲੈ ਲੈਂਦੇ। ਕਿ ਲੋਕਲ ਬਾਡੀ ਮਹਿਕਮੇ ਦੇ ਉੱਤੇ ਅੜੀ ਪਾਉਣੀ ਜ਼ਰੂਰੀ ਸੀ? ਲੋਕਲ ਬਾਡੀ ਮਹਿਕਮਾ ਜੇ ਇਹਨਾਂ ਨੂੰ ਮਿਲਦਾ, ਉਸ ਮਹਿਕਮੇ ਦੇ ਅੰਦਰ ਤਾਂ ਪਿੰਡ, ਲੋਕਾਂ ਦੀ ਮਦਦ, ਬਿਜਲੀ, ਇਹ ਕੁਝ ਵੀ ਨਹੀਂ ਆਣਾ ਸੀਗਾ, ਕਿਸਾਨਾਂ ਦੇ ਨਾਲ ਜੁੜਿਆ ਤਾਂ ਕੁਝ ਵੀ ਨਹੀਂ ਸੀਗਾ ਉਸ ਦੇ ਵਿੱਚ। ਤਾਂ ਫਿਰ ਹੁਣ ਕਿਸਾਨਾਂ ਦੇ ਹਮਾਇਤੀ ਬਣਨ ਦਾ ਜਿਹੜਾ ਲਾਹਾ ਲਿਆ ਜਾ ਰਿਹਾ ਹੈ ਕਿ ਕਿਸਾਨ ਇਸ ਚੀਜ਼ ਨੂੰ ਸਮਝ ਰਹੇ ਨੇ ਜਾਂ ਆਮ ਜਨਤਾ ਇਸ ਚੀਜ਼ ਨੂੰ ਸਮਝ ਰਹੀ ਹੈ? ਦੇਖੋ ਸ਼ਹਿਰੀ, ਜਦੋਂ ਅਸੀਂ ਤਰਕਦੇ ਆ ਨਾ, ਉਹਦਾ ਕੰਟੈਕਸਟ ਹੁੰਦਾ ਹੈ ਨਾ ਜੀ। ਅਸੀਂ 4 ਫੁੱਟ ਦੇ ਕੰਟੈਕਸਟ ਵਿੱਚ ਤਰਕ ਕੋਈ ਦੇਾਂਗੇ, ਉਹਦੇ ਕੰਟੈਕਸਟ ਵਿੱਚ ਬਿਲਕੁਲ ਠੀਕ ਹੋਊਗਾ। ਜਦੋਂ ਅਸੀਂ ਉਹਨੂੰ 4 ਫੁੱਟ ਦੇ ਕੰਟੈਕਸਟ ਵਿੱਚ ਉਸੇ ਤਰਕ ਨੂੰ ਲਾਵਾਂਗੇ, ਤੁਹਾਨੂੰ ਲੱਗੂਗਾ ਇਹਦੇ ਵਰਗੇ ਬੇਹੂਦਾ ਗੱਲ ਕੋਈ ਨਹੀਂ। ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਸਿੱਧੂ ਇਸੇ ਕਰਕੇ ਉਹਦੇ ਤੇ ਸਾਡੀਆਂ ਸਾਰੀਆਂ ਉਹ ਨਜ਼ਰਾਂ, ਗੱਲਾਂ ਜਾਂ ਉਹ ਤਰਕਸ਼ੀਲਤਾ ਲਾਗੂ ਨਹੀਂ ਹੁੰਦੀ। ਇਹ ਆਪਾਂ ਨੂੰ ਜੋ ਲੱਗਦਾ ਉਹਨੂੰ ਇਹ ਚਾਹੀਦਾ, ਜਿਵੇਂ ਮੈਂ ਵੀ ਕਹਿ ਰਿਹਾ ਤਾਂ ਸੁਰ ਚ ਸੁਰ ਮਿਲਾ ਕੇ ਵੀ ਹਾਂ ਕਰਨਾ ਚਾਹੀਦਾ। ਪਰ ਸਿੱਧੂ ਸਾਹਿਬ ਉਹ ਸਿੱਧੂ ਹੈਗੇ ਆ, ਉਹ ਉਹਨਾਂ ਦਾ ਇੱਕ ਆਪਣਾ ਸਟਾਈਲ ਆ। ਹੁਣ ਆਪਾਂ ਤੇ ਕੀ ਕਰੀਏ, ਆਪਣਾ ਸਟਾਈਲ। ਇਹ ਖਿਆਲ ਹੈ ਕਿ ਰੱਬ ਨੇ ਬਥੇਰੀਆਂ ਬਖਸ਼ਾਂ ਦਿੱਤੀਆਂ ਹੋਈਆਂ। ਜੇ ਕੋਈ MP ਜਾਂ ਨਾਮ ਵੀ ਮਿਨਿਸਟਰ ਬਣ ਗਏ ਤੇ ਫਿਰ ਕੀ ਹੋ ਜਾਊਗਾ? ਕੁਝ ਵੀ ਨਹੀਂ ਹੋਣਾ। ਆਪਣੀਆਂ ਕੋਠਾਂ ਘਰ ਹੈਗਾ, ਕਾਰੀਆਂ ਤੇ ਹੋਰ ਬੰਬੇ ਜਾ ਕੇ ਫਿਰ ਆਪਣਾ ਕੰਮ ਸ਼ੁਰੂ ਕਰੋ, ਠੱਠੇ ਮਖੌਲ ਦਾ ਜਿਹੜਾ ਕਰਦੇ ਆ ਪਹਿਲਾਂ, ਹੈਨਾ। ਤੇ ਉਸ ਕਿਸਮ ਦਾ ਲੋਕਾਂ ਨੂੰ ਵੀ ਮਨੋਰੰਜਨ ਕਰਨਗੇ, ਆਪ ਵੀ ਖੁਸ਼ ਰਹਿੰਦੇ, ਇਹਨਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ। ਪਰ ਜੇ ਕਰਨਾ ਤੇ ਉਹ ਠੀਕ ਹੈ, ਤੁਹਾਡੇ ਵਾਂਗੂ ਸਟਾਈਲ, ਉਹਦਾ ਇੱਕ ਰਸਤਾ ਹੈਗਾ, ਉਸ ਨੂੰ ਫਾਲੋ ਕਰਨਾ ਪਊਗਾ। ਪਰ ਜਿਹੜੀ ਤੁਸੀਂ ਉਹਨਾਂ ਦੇ ਮਹਿਕਮਿਆਂ ਦੀ ਗੱਲ ਕਰੋ, ਇਸ ਤਰ੍ਹਾਂ ਨਹੀਂ ਹੈਗੀ। ਮੈਨੂੰ ਉਹਨਾਂ ਦੇ ਇੱਕ ਵਾਰੀ ਜ਼ਿੰਦਗੀ 'ਚ ਮਿਲਣ ਦਾ ਐਵੇਂ 5 ਮਿੰਟ ਮੌਕਾ ਲੱਗਾ ਤੇ ਮੈਂ ਕਾਫੀ ਉਹਦੇ 'ਚ ਡੀਕੋਡ ਕਰ ਦਿੱਤਾ। ਮੈਂ ਕੋਈ ਪੰਡਿਤ ਨਹੀਂ ਹੈਗਾ, ਪਰ ਮਾੜਾ ਮੋਟਾ ਤੇ ਸੋਸ਼ੀਓਲੋਜੀ ਪੜ੍ਹੇ ਆ, ਸਮਝਦੇ ਬੰਦੇ ਦੀ ਲੱਗਦੀ ਹੈ। ਉਹ ਆਪਣੀ ਮਰਜ਼ੀ ਕਿਹਾ, ਉਹ ਪਰਵਾਹ ਨਹੀਂ ਕਰਨ ਵਾਲੇ ਸਿੱਧੂ ਸਾਹਿਬ, ਨਾ ਕਿਸੇ ਲਾਲਚ ਚ ਆਉਣਾ, ਨਾ ਕਿਸੇ ਪਰਵਾਹ। ਉਹ ਤਬਾਹ ਹੋ ਜਾਏ ਜਾਂ ਬਚ ਜਾਏ, ਕੋਈ ਪਰਵਾਹ ਨਹੀਂ ਹੈ ਉਹਨਾਂ ਨੂੰ। ਜੋ ਉਹਨਾਂ ਦੇ ਮਨ 'ਚ ਆ ਗਿਆ, ਉਹ ਮਨ ਦੇ ਮੌਜੀ ਹੈ। ਇਹ ਮੈਂ ਤੁਹਾਨੂੰ ਸਾਫ਼ ਗੱਲ ਕਹਿ ਦਿੰਦਾ। ਉਹ ਨਫੇ ਨੁਕਸਾਨ 'ਚ ਨਹੀਂ ਜਾਂਦੇ, ਦੱਸਦੇ ਆ ਨੁਕਸਾਨ ਬਹੁਤ ਬੜਾ ਕਰਵਾ ਲੈਣਗੇ, ਪਰ ਆਪਣਾ ਮਨ 'ਚ ਜੋ ਆਇਆ ਉਹੀ ਕਰਨਾ ਹੈ। ਇੰਨੀ ਕੁ ਮੈਂ ਉਹਨਾਂ ਦੀ ਪਰਸਨੈਲਿਟੀ ਦੀ, ਇੰਡੀਵਿਜੂਅਲ ਪਰਸਨੈਲਿਟੀ ਦੀ ਰੀਡਿੰਗ ਕੀਤੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਜਦੋਂ ਚੰਡੀਗੜ੍ਹ ਦੇ ਵਿੱਚ ਇਹ ਸੀਟ, ਇਹਨਾਂ ਦੀ ਵਾਈਫ ਪਿਛਲੀਆਂ 2019 ਵਾਲੀਆਂ ਚੋਣਾਂ 'ਚ ਲੈਣ ਲਈ ਆ ਗਏ, ਇੱਥੇ ਕੰਪੇਨ ਕੀਤੀ, ਅਸੀਂ ਵੀ ਮਿਲੇ, ਉਹਨਾਂ ਨੂੰ ਪਤਾ ਲੱਗਾ ਵੀ ਚਲੋ ਨਵਜੋਤ ਨੂੰ ਇੱਕ ਵਾਰੀ ਮਿਲ ਕੇ ਹੀ ਆਈ ਹੈ, ਸਾਡੇ ਚੰਡੀਗੜ੍ਹ ਸ਼ਹਿਰ ਆਏ ਆ। ਉਦੋਂ ਮੇਰੇ ਵੀ ਦਰਸ਼ਨ ਹੋਏ ਜਿਹੜੇ ਆਪਣੇ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਦੇ। ਤੇ ਪਤਾ ਇਹ ਲੱਗਾ ਵੀ ਇਹਨਾਂ ਨੇ ਇੱਥੇ ਸੀਟ ਮਿਲ ਸਕਦੀ ਹੈ ਤੇ ਨਹੀਂ ਮਿਲ ਸਕਦੀ ਸੈਂਟਰ ਦੀ ਲੀਡਰਸ਼ਿਪ ਨੇ, ਕਿਉਂਕਿ ਪਵਨ ਬੰਸਲ ਇੱਥੇ ਸ਼ਾਇਦ ਨਾ ਕਰਤੀ। ਅਸੀਂ ਇਹਨਾਂ ਨੂੰ ਇਹ ਆਖਣੀ ਵੱਲੋਂ ਕਿਹਾ ਸੀ ਵੀ ਅਸੀਂ ਕਿਹਾ ਗੱਲ ਸੁਣੋ, ਸੀਟਾਂ ਅਜੇ 2-3 ਹੋਰ ਵੀ ਆ, ਵੀ ਅੰਮ੍ਰਿਤਸਰ ਦੀ ਤੁਸੀਂ ਨਾ, ਤੁਹਾਡੀ ਨੈਚੁਰਲ ਕਲੇਮ ਸੀ, ਫਿਰੋਜ਼ਪੁਰ ਦੀ ਹੈਗੀ ਆ, ਬਠਿੰਡੇ ਦੀ ਹੈਗੀ ਆ, ਤੇ ਸਿੱਧੂ ਸਾਹਿਬ ਤੁਸੀਂ ਉਹਨਾਂ ਦੇ ਹੱਥ ਮਾਰ ਲਓ, ਜਿਹਦੇ ਕਿਹੜੀ ਗੱਲ ਆ। ਇਹਨਾਂ ਨੇ ਇਹ ਫਿਰੋਜ਼ਪੁਰ ਦਾ ਫੁੱਫਾ ਹੀ ਮੂੰਹ ਚ ਨਿਕਲਿਆ ਮੇਰੇ, 4-5 ਬੰਦੇ ਸੀ, ਉਹ ਗਏ ਐਂ ਹੱਥ ਕਰੇ, ਬਿਲਕੁਲ ਨਹੀਂ, ਕੁਛ ਨਹੀਂ ਹੋ ਸਕਦਾ, ਮਿਲ ਗਈ ਨਹੀਂ। ਮੈਂ ਉਹਨਾਂ ਦੇ ਸਹੀ ਗੱਲ ਕਰਦਾ, ਉਹਨਾਂ ਦਾ ਇੱਕ ਆਪਣਾ ਸਟਾਈਲ ਹੈਗਾ, ਫਿਰ ਉਂਝ ਕੀਤਾ ਵੀ। ਹੁਣ ਇਹ ਪੋਲੀਟੀਕਲੀ ਇਟ ਮੇ ਨਾਟ ਬੀ ਵੈਰੀ ਵਾਈਜ਼,
ਬਟ ਇਟਸ ਇਜ਼ ਸਟਾਈਲ ਕਿ ਜਿਸ ਤਰ੍ਹਾਂ ਉਹਨਾਂ ਨੇ ਜੋ ਉਹਨਾਂ ਦੇ ਮਨ ਚ ਆ ਗਿਆ ਵੀ ਮੇਰੇ ਹੁੰਦੇ ਆ ਕੁਝ ਹੋ ਗਿਆ ਮੈਂ ਤਬਾਹ ਕਰ ਦੂੰਗਾ ਨਾ ਜਿਸ ਤਰ੍ਹਾਂ ਸ਼ਿਵਾ ਨਹੀਂ ਸੀਗੇ ਨਾ ਜਦੋਂ ਤਾਂਡਵ ਨਾਚ ਨੱਚਦੇ ਸੀ ਕਿਵੇਂ ਫਿਰ ਕਰਦੇ ਸੀ ਉਸ ਕਿਸਮ ਦਾ ਸ਼ਿਵਜੀ ਮਹਾਰਾਜ ਵਾਂਗੂ ਇਹਨਾਂ ਦਾ ਇੱਕ ਆਪਣਾ ਔਰਾ ਤੇ ਆਪਣਾ ਉਹ ਜੇ ਤੁਸੀਂ ਮੈਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਕਿ ਇੰਜ ਕਿਉਂ ਨਹੀਂ ਕਰਦਾ ਇਹਨੂੰ ਇਹਦੇ ਚ ਪੁੱਛੋ ਇਹ ਕਾਮਯਾਬੀ ਕਰਦਾ ਨਹੀਂ ਹੈਗਾ ਮੈਂ ਤੇ ਤੁਹਾਨੂੰ ਜਿੰਨਾ ਮੈਂ ਜੀ ਹਾਂਜੀ ਸ਼ਾਇਰੀ ਪ੍ਰੋਫੈਸਰ ਸਾਹਿਬ ਜਿੰਨੀ ਤੁਸੀਂ ਮਤਲਬ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਵਾਕਿਆ ਨਵਜੋਤ ਸਿੰਘ ਸਿੱਧੂ ਤੱਕ ਜਦੋਂ ਪਹੁੰਚ ਗਿਆ ਨਵਜੋਤ ਸਿੰਘ ਸਿੱਧੂ ਲੱਗਦਾ ਤਾਂ ਹੀ ਸਟਾਈਲ ਮਾਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਮੇਰੇ ਸਟਾਈਲ ਦੀਆਂ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਨੇ ਤੇ ਪ੍ਰੋਫੈਸਰ ਸਾਹਿਬ ਵੀ ਮੇਰੇ ਸਟਾਈਲ ਦੀਆਂ ਜਿਹੜੀਆਂ ਨੇ ਉਹ ਗੱਲਾਂ ਕਰ ਰਹੇ ਨੇ ਨਹੀਂ ਪਰਸਨੈਲਿਟੀ ਹੈ ਆਪਣੀ ਸ਼ਾਇਰੀ ਆਪਾਂ ਨਾ ਆਪਣੀਆਂ ਚੀਜ਼ਾਂ ਜਿਹੜੀਆਂ ਸਿਆਣਪਾਂ ਆ ਉਹ ਕਈ ਵਾਰੀ ਨਹੀਂ ਦੂਜਿਆਂ ਤੇ ਲੱਦ ਸਕਦੇ ਅਸੀਂ ਨਫਾ ਨੁਕਸਾਨ ਦਾ ਕਿਸੇ ਤਰੀਕੇ ਨਾਲ ਹੋਰ ਵਰਕ ਤੇ ਸੋਚਦੇ ਆ ਕਈ ਬੰਦੇ ਉਸ ਫਰੇਮਵਰਕ ਦੇ ਵਿੱਚ ਫਿੱਟ ਨਹੀਂ ਹੁੰਦੇ ਮੈਂ ਇੰਨੀ ਗੱਲ ਜੀ ਬਿਲਕੁਲ ਪ੍ਰੋਫੈਸਰ ਸਾਹਿਬ ਬਿਲਕੁਲ ਮੈਂ ਖੁਦ ਵੀ ਇਹਨਾਂ ਨਾਲ ਮੁਲਾਕਾਤ ਕਰ ਚੁੱਕੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹਨਾਂ ਦਾ ਸਟਾਈਲ ਆਪਣਾ ਵੱਖਰਾ ਗਰੇਵਾਲ ਜੀ ਕੀ ਕਹਿਣਾ ਚਾਹੋਗੇ ਜੀ ਹੈਲੋ ਸਤਿ ਸ੍ਰੀ ਅਕਾਲ ਸ਼ਾਇਰੀ ਸਤਿ ਸ੍ਰੀ ਅਕਾਲ ਵੀਰ ਜੀ ਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਵੀਰ ਜੀ ਦੇ ਵੀ ਵਿਚਾਰ ਬਹੁਤ ਸੁਣੇ ਅੱਗੇ ਹੋਰ ਪ੍ਰੋਗਰਾਮਾਂ ਵਿੱਚ ਵੀ ਨਾ ਜੀ ਬਹੁਤ ਚੰਗੇ ਵਿਚਾਰ ਆ ਤੁਹਾਡੀ ਵੀ ਦੂਜਾ ਸ਼ਾਇਰੀ ਬਹੁਤ ਸੋਹਣੀ ਗੱਲਬਾਤ ਆ ਜੀ ਪੁਰਾਣੇ ਬਜ਼ੁਰਗਾਂ ਬਾਰੇ ਕਈ ਗੱਲਾਂ ਸੁਣੀ ਪੁਰਾਣੇ ਬਜ਼ੁਰਗਾਂ ਬਾਰੇ ਗੱਲਾਂ ਤੁਹਾਡੀਆਂ ਜੀ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਸ਼ਾਇਰੀ ਹਾਂਜੀ ਇਹ ਕਿਸਾਨਾਂ ਦਾ ਕਸੂਰ ਨਹੀਂ ਹੈਗਾ ਕਰੋਨਾ ਵਧਾਉਣ ਦਾ ਜੀ ਬਿਲਕੁਲ ਹੈਗਾ ਜਿੰਨੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਕਸੂਰ ਆ ਕਿਉਂ ਪਹਿਲਾਂ ਤਾਂ ਇਹ ਦੇਖ ਲਓ ਕਰੋਨਾ ਵਿੱਚ ਬਿਮਾਰੀ ਲੈ ਕੇ ਆਇਆ ਕਾਨੂੰਨ ਹਨਾ ਜੀ ਤਾਂ ਹੁਣ ਦੇਖ ਲਓ ਕਿਸੇ ਪਾਰਟੀ ਨੇ ਕਿਸਾਨਾਂ ਦਾ ਸਾਥ ਦਿੱਤਾ ਨਹੀਂ ਦਿੱਤਾ ਹਨਾ ਤੇ ਇਹੀ ਕਸੂਰਵਾਰ ਆ ਸਾਰੀਆਂ ਸਰਕਾਰਾਂ ਤਾਂ ਬਾਕੀ ਜਨਤਾ ਦੇ ਲੋਕ ਕਿੱਥਾਂ ਬਾਜਾ ਸਾਰੀ ਸੜਕਾਂ ਤੇ ਬੈਠੀ ਆ ਨਾ ਕਿੰਨੇ ਕਿਸਾਨ ਆਪਣੇ ਸ਼ਹੀਦ ਹੋ ਚੁੱਕੇ ਆ ਉੱਥੇ ਦਿੱਲੀ ਬਾਰਡਰ ਤੇ ਹਨਾ ਕਾਲੀਆਂ ਝੰਡੇ ਦਿਖਾਉਣੇ ਜਦ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਰਕਾਰਾਂ ਨੇ ਬਿਲਕੁਲ ਜੀ ਮੈਂ ਤੇ ਇੰਨਾ ਕੀ ਕਹਿਣਾ ਚਾਹੁੰਦਾ ਤੁਹਾਡਾ ਪ੍ਰੋਗਰਾਮ ਬਹੁਤ ਮੈਂ ਬਹੁਤ ਹੀ ਗੱਲ ਨਹੀਂ ਕਰ ਸਕਦੀ ਤੁਹਾਨੂੰ ਪਤਾ ਹੀ ਹੈ ਮੇਰੀ ਬਿਲਕੁਲ ਥੈਂਕ ਯੂ ਗਰੇਵਾਲ ਜੀ ਥੈਂਕ ਯੂ ਸੋ ਮਚ ਜੀ ਓਕੇ ਜੀ ਪ੍ਰੋਫੈਸਰ ਸਾਹਿਬ ਸਿੱਧੂ ਨੇ ਕਾਲਾ ਝੰਡਾ ਲਹਿਰਾਇਆ ਕਾਲਾ ਝੰਡਾ ਲਹਿਰਾ ਕੇ ਉਹਨਾਂ ਨੂੰ ਲੱਗ ਰਿਹਾ ਵੀ ਬੜਾ ਹੀ ਇੱਕ ਵਧੀਆ ਜਿਹੜਾ ਸਟੰਟ ਵੀ ਲੈ ਲਓ ਸਟਾਈਲ ਲੈ ਲਓ ਹੈ ਨਾ ਚਲੋ ਜੋ ਸਿੱਧੂ ਦਾ ਸਟਾਈਲ ਆ ਆਪਣਾ ਤੇ ਉਹਨਾਂ ਨੇ ਕਰ ਦਿੱਤਾ ਤੇ ਉਹਨਾਂ ਨੂੰ ਪਤਾ ਵੀ ਮੇਰੇ ਸਟਾਈਲ ਦੇ ਕਿਤੇ ਨਾ ਕਿਤੇ ਲੋਕ دیਵਾਨੇ ਨੇ ਪਿੱਛੇ ਲੱਗਣਗੇ ਕਾਲਾ ਝੰਡਾ ਦਿਖਾਣਾ ਤੇ ਕਾਲਾ ਝੰਡਾ ਆਪਣੇ ਘਰ ਦੇ ਉੱਤੇ ਲਗਾ ਲੈਣਾ ਹੈ ਨਾ ਔਰ ਮਤਲਬ ਰਿਹਾਇਸ਼ ਦੇ ਉੱਤੇ ਲਗਾ ਕੇ ਕਹਿਣਾ ਵੀ ਜਦੋਂ ਤੱਕ ਕਿਸਾਨਾਂ ਦਾ ਹੱਲ ਜਦੋਂ ਤੱਕ ਨਹੀਂ ਹੋਊਗਾ ਇਹ ਝੰਡਾ ਇਦਾਂ ਹੀ ਲੱਗਿਆ ਰਹੂਗਾ ਇਹ ਕਾਲੀਆਂ ਝੰਡੀਆਂ ਤਾਂ ਆਲਰੇਡੀ ਲੋਕਾਂ ਦੇ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਉੱਤੇ ਕਾਰਾਂ ਦੇ ਉੱਤੇ ਨਾਰਮਲੀ ਲੱਗੀਆਂ ਹੀ ਹੋਈਆਂ ਨੇ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਤੇ ਫਿਰ ਸਿੱਧੂ ਦੀ ਕਾਲੀ ਝੰਡੀ 'ਚ ਲੱਗ ਕੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਕਾਲੇ ਝੰਡੇ ਕੱਲ ਪੂਰੇ ਦੇਸ਼ ਵਿੱਚ ਜਿੱਥੇ ਵੀ ਕਿਸਾਨਾਂ ਦਾ ਇਨਫਲੂਐਂਸ ਹੋਊਗਾ ਔਰ ਇਹ ਵੀ ਹੈ ਕਿ ਜਿਹੜੀਆਂ ਪਾਰਟੀਆਂ ਨੇ 12 ਪਾਰਟੀਆਂ ਨੇ ਤੇ ਵੋਟ ਕੀਤਾ ਆ ਹੁਣ ਉਹਨਾਂ ਦਾ ਵੀ ਟੈਸਟ ਆ ਕੱਲ ਕਿ ਕੀ ਉਹ ਲਿਪ ਸਰਵਿਸ ਕਰਨਾ ਚਾਹੁੰਦੇ ਆ ਕਿ ਸਬਸਟੈਂਸ਼ੀਅਲ ਸਪੋਰਟ ਕਰਨਾ ਚਾਹੁੰਦੇ ਆ ਵੀ ਅਸਲੀ ਮਾਇਨੇ 'ਚ ਸਪੋਰਟ ਕਰਨਾ ਚਾਹੁੰਦੇ ਆ ਉਹ ਵੀ ਕੱਲ ਨੂੰ ਟੈਸਟ ਹੋ ਜਾਊਗਾ ਪਰ ਜਿੱਥੇ ਚੋਣਾਂ ਹੁਣ ਪੰਜਾਂ ਸੂਬਿਆਂ ਦਾ ਜਿਨ੍ਹਾਂ ਦਾ ਮੈਂ ਪਹਿਲਾਂ ਉੱਥੇ ਜ਼ਰੂਰ ਇਹ ਕਾਫੀ ਵੱਡੀ ਗਿਣਤੀ ਕਾਲੇ ਝੰਡੇ ਹੋਣਗੇ ਇਸ ਤਰ੍ਹਾਂ ਨਹੀਂ ਹੈ ਕੱਲ ਸਪੈਸ਼ਲ ਡੇ ਹੈ ਕਿਉਂਕਿ ਰੈਲੀਆਂ ਵੱਡੇ ਪ੍ਰੋਟੈਸਟ ਅਵਾਇਡ ਕਰ ਰਹੇ ਅਜੇ ਵੀ ਹਾਲਾਂਕਿ ਫਿਰ ਵੀ ਹਜ਼ਾਰਾਂ ਦੀ ਗਿਣਤੀ 'ਚ ਤੇ ਬੈਠੇ ਹੀ ਆ ਬਹੁਤ ਵੱਡੀ ਬੈਠੇ ਆ ਪਰ ਪਿੰਡੋ ਪਿੰਡੀ ਸ਼ਹਿਰੋ ਸ਼ਹਿਰੀ ਦੁਕਾਨਾਂ ਤੇ ਜਿੱਥੇ ਵੀ ਤੇ ਮਤਲਬ ਝੰਡੇ ਲਾ ਕੇ ਇਹ ਦੱਸਣ ਦੇ ਆ ਕਿ ਥੱਲੇ ਆਕਰੋਸ਼ ਕਿੰਨਾ ਨਿਰਾਸ਼ਾ ਕਿੰਨੀ ਆ ਸਰਕਾਰ ਪ੍ਰਤੀ ਇਸ ਗੱਲ ਦਾ ਇੱਕ ਇਜ਼ਹਾਰ ਕਰਨਾ ਇਸ ਕਿ ਕਾਲਾ ਝੰਡਾ ਹੋਣਾ ਹੈ ਨਾ ਤੇ ਉਹ ਤੁਸੀਂ ਤੇ ਇੰਜ ਕਹਿ ਸਕਦੇ ਮੈਂ ਹਮੇਸ਼ਾ ਕਾਲੇ ਹੀ ਕੱਪੜੇ ਪਾਉਣਾ ਮੈਂ ਫਿਰ ਇਹ ਤੇ ਬੜੀ ਦੇਰ ਇਸ ਤਰ੍ਹਾਂ ਨਹੀਂ ਹੈਗਾ ਆਪਣਾ ਇੱਕ ਕਾ ਹੁੰਦਾ ਹੈ ਜਿਹਦੇ ਚ ਉਹਦੇ ਕੰਟੈਕਸਟ ਦੇ ਵਿੱਚ ਹਾਂਜੀ ਬਿਲਕੁਲ ਉਹਦੇ ਔਰ ਉਹ ਬਿਲਕੁਲ ਦੱਸਣਾ ਚਾਹੁੰਦੇ ਵੱਡਾ ਸਾਰਾ ਝੰਡਾ ਤੁਸੀਂ ਚਲਾ ਕੇ ਕਿ ਕਿਸਾਨੋ ਮੈਂ ਤੁਹਾਡਾ ਹੀ ਲੀਡਰ ਹਾਂ ਚਿੰਤਾ ਨਾ ਕਰੋ ਤੁਸੀਂ ਮਾੜਾ ਜਿਹਾ ਮੈਨੂੰ ਸਹਾਰਾ ਦਿਓ ਅਸੀਂ ਕੈਪਟਨ ਦੀ ਗੱਡੀ ਐ ਉਲਟਾ ਕੇ ਰੱਖ ਦਿਆਂਗੇ ਇਹ ਹੈ ਇਹਦਾ ਅਸਲੀ ਮਾਨੇ ਹੁਣ ਉਹ ਕਿੰਨੀ ਦੇਰ ਉੱਥੇ ਰਹਿੰਦਾ ਕਿੰਨਾ ਕੁ ਉਸ ਨੂੰ ਹੋਰ ਉੱਚਾ ਚੁੱਕਦੇ ਝੰਡੇ ਨੂੰ ਜਾਂ ਕਿੰਨਾ ਕੁ ਉਸ ਝੰਡੇ ਦੀ ਕਦਰ ਕਰਦੇ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਜੀ ਬਿਲਕੁਲ ਜੀ ਸਰ ਆਪਣੀ ਟੀਵੀ ਦੀ ਪਲੀਜ਼ ਵੋਲਿਊਮ ਘੱਟ ਕਰਿਓ ਜੀ
ਹਾਂਜੀ 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 ਜੀ ਜੀ ਪਲੀਜ਼ ਆਪਣੇ ਟੀਵੀ ਦੀ ਵੋਲਿਊਮ ਘਟਾਓ, ਫਿਰ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇਗੀ। ਹਾਂਜੀ ਸਰ ਜੀ, ਆਪਣੇ ਮਨਜੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਚਲੋ ਤੁਹਾਡੇ ਸੁਝਾਅ ਸੁਣਦੇ ਆ, ਸਾਨੂੰ ਅਸੀਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਦੇਖਦੇ ਆ। ਮੈਂ ਤਾਂ ਸਿੱਧੂ ਨੂੰ ਇੱਕ ਇਮਾਨਦਾਰ ਬੰਦਾ ਸਮਝਦੀ ਆ, ਕੋਈ ਨਾ ਮੂਹਰੇ ਏਦਾਂ ਆਪਦਾ ਨਾਮ ਜਾ ਕੇ ਨਹੀਂ ਰਾਜੀ ਰਹਿੰਦਾ, ਪਰ ਉਹ ਕਹਿੰਦਾ ਬਈ ਮੈਂ ਪੰਜਾਬ ਨੂੰ ਨਰਕ ਚੋਂ ਕੱਢ ਲਾਂ, ਪਰ ਇਹ ਜਿਹੜੇ ਉਹਦੇ ਕੱਢਣ ਨਹੀਂ ਦਿੰਦੇ ਹੈਗੇ। ਦੇਖੋ ਹੁਣ ਜਦੋਂ ਆਪਣੇ ਪਾਕਿਸਤਾਨ ਦਾ ਲਾਗਾ ਖੋਲਿਆ ਸੀ, ਗਿਆ ਸੀ ਉੱਥੇ ਆਪਣੇ ਪਾਕਿਸਤਾਨ, ਤਾਂ ਦੇਖੋ ਕਿੱਡੀਆਂ ਕਿੱਡੀਆਂ ਇਹਦੀਆਂ ਗੱਲਾਂ ਬਣਾਈਆਂ। ਇਹਨੇ ਤਾਂ ਕਿਹਾ ਹੀ ਨਹੀਂ ਮੈਂ ਆਪਦਾ ਨਾਲ ਖਾਣ ਜਾਂ ਮੈਂ ਕੀਤਾ ਵਾ ਕੁਛ। ਹਾਂਜੀ ਬਿਲਕੁਲ ਕਰਨ ਵਾਲੇ ਜਿਹੜੇ ਮੂਹਰੇ ਸੀਗੇ ਐਵੇਂ ਉਹੀ ਗੱਲ ਮੈਂ ਕਰਾਇਆ, ਮੋਦੀ ਨੇ ਕਰਾਇਆ, ਫਲਾਣੇ ਨੇ ਕਰਾਇਆ, ਦੂਜੇ ਇਹਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ, ਪਰ ਇਹਨੂੰ ਕੋਈ ਅੱਗੇ ਆਉਣ ਹੀ ਨਹੀਂ ਦਿੰਦਾ। ਇਹ ਐਸੇ ਨਹੀਂ ਬਈ ਮੂਹਰੇ ਹੋਣ, ਚੰਗੇ ਕੰਮ ਕਰਨ ਨੂੰ ਮੂਹਰੇ ਹੁੰਦਾ ਵਾ ਜੀ, ਪਰ ਇਹਨਾਂ ਨੂੰ ਇਹਨੂੰ ਗੁੱਠੇ ਲਾ ਕੇ ਰੱਖਤਾ ਆਪਦੇ ਸਾਰੀ ਪਾਰਟੀ ਨੇ। ਹੁਣ ਜੇ ਕਿਸਾਨਾਂ ਦੇ ਜਾਊਗਾ ਧਰਨੇ ਚ ਵਸ ਕਰਨਾ, ਦੇਖੋ ਜੀ ਇਹ ਤਾਂ ਹੁਣ ਕਿਸਾਨਾਂ ਦਾ ਬਸ ਕਿਸਾਨਾਂ ਬਣਨੇ, ਕਿਸਾਨਾਂ ਦੀ ਪਾਰਟੀ ਚ ਬਸ ਕਿਸਾਨ ਇਹਨੂੰ ਆਏ ਕਰੇ ਬਸ ਇਹ ਜੀ ਆਪਣੇ ਪਤਾ ਨਹੀਂ ਚੰਗਾ ਕੰਮ ਕੋਈ ਕਰਨ ਦਿੰਦੀ ਨਹੀਂ ਆਪਣੀ ਗਵਰਨਮੈਂਟ ਜੀ ਬਿਲਕੁਲ। ਚਲੋ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ, ਪਰ ਇਹ ਥੋੜਾ ਜਿਹਾ ਜ਼ਰੂਰ ਬਈ ਹੱਸਪਰ ਹੋ ਜਾਂਦਾ, ਬੋਲਦਾ ਜਦੋਂ ਹੈਗਾ ਬਈ ਆਪਣੇ ਗੁੱਸੇ ਚ ਵੱਧ ਬੋਲ ਜਾਂਦਾ। ਜੀ ਬਿਲਕੁਲ, ਅਸੀਂ ਵੀ ਇਹੀ ਗੱਲ ਕਰ ਰਹੇ ਹਾਂ ਵੀ ਸਿੱਧੂ ਦੇ ਕੰਮ ਠੀਕ ਨੇ, ਸਿੱਧੂ ਕੰਮ ਕੁਝ ਕਰਨਾ ਚਾਹੁੰਦੇ ਨੇ, ਬਟ ਉਹਦੇ ਲਈ ਉਹਨਾਂ ਨੂੰ ਘਰ ਤੋਂ ਬਾਹਰ ਨਿਕਲਣਾ ਪਏਗਾ, ਨਾ ਕਿ ਸਿਰਫ ਜਿਹੜੇ ਟਵਿੱਟਰ ਜੰਗ ਹੈ ਉੱਥੋਂ ਛਿੜੀ ਜਾਏ ਘਰੇ ਬੈਠੇ। ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਇਹੀ ਜਿਹੜਾ ਟੌਪਿਕ ਚੱਲ ਰਿਹਾ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ, ਜਿਸ ਤਰ੍ਹਾਂ ਦੇ ਬਾਕੀ ਵੀ ਕਈ ਕਾਲਰਾਂ ਦੇ ਪੁਆਇੰਟਸ ਆਏ ਗਏ। ਸਿੱਧੂ ਬਾਰੇ ਗੱਲ ਚੱਲ ਰਹੀ ਆ, ਉਹਦੇ ਬਾਰੇ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਇੱਕ ਆਪਣੀ ਸਟਾਈਲ ਹੈ, ਜਿੱਦਾਂ ਪ੍ਰੋਫੈਸਰ ਸਾਹਿਬ ਨੇ ਕਿਹਾ। ਹਾਂਜੀ। ਔਰ ਉਹਨਾਂ ਦੀ ਕੁਆਲਿਟੀ ਇਹ ਹੈਗੀ ਆ ਕਿ ਉਹ ਆਪਣੇ ਨਿੱਜੀ ਸਵਾਰਥ ਲਈ ਅੱਜ ਤੱਕ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ। ਜੋ ਕੁਛ ਵੀ ਕਰਦੇ ਰਹੇ ਆ ਉਹ ਆਪਣੇ ਮਤਲਬ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉਹਨੂੰ ਨਿਭਾਉਣ ਵਾਸਤੇ ਕਰਦੇ ਰਹੇ ਆ। ਤੀਜੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਜਿਹੜੀਆਂ ਪਾਰਟੀਆਂ ਛੱਡਣ ਦਾ ਉਹਨਾਂ ਤੇ ਕਈ ਦੋਸ਼ ਲੱਗਦੇ ਆ, ਕਿਉਂਕਿ ਜਿਹੜਾ ਬੰਦਾ ਸੱਚਾ ਹੁੰਦਾ ਉਹਦੇ ਵਾਸਤੇ ਉਹਨਾਂ ਦੀ ਮੁਤਾਬਕ ਉਹਨਾਂ ਦੇ ਜਿਹੜੇ ਹੁੰਦੇ ਆ ਸੋਚ ਦੇ ਬੰਦੇ ਨਹੀਂ ਮਿਲਦੇ, ਜਿਸ ਕਰਕੇ ਉਹ ਫਿਰ ਪਾਰਟੀ ਛੱਡਣੀ ਪੈਂਦੀ ਹੈ। ਇਹ ਨਹੀਂ ਛੱਡਣੀ ਇਸ ਕਰਕੇ ਨਹੀਂ ਛੱਡੀ ਕਿ ਉਹਨਾਂ ਨੂੰ ਗਾਹਾਂ ਕਿਸੇ ਕਿਸਮ ਦਾ ਕੋਈ ਲਾਲਚ ਹੋਵੇ। ਸੋ ਹੋ ਵੀ ਸਕਦਾ ਲਾਲਚ, ਕਿਉਂਕਿ ਉਹ ਵੀ ਇਨਸਾਨ ਆ, ਪਰ ਪੋਲੀਟੀਕਲ ਬੰਦਾ ਆ, ਪਰ ਜਿੱਥੋਂ ਤੱਕ ਉਹਨਾਂ ਦੀ ਲਾਲਚ ਦਾ ਕੰਸਰਨ ਦੇਖਿਆ ਉਹ ਤਕਰੀਬਨ ਠੀਕ ਹੈ। ਬਾਕੀ ਰਹੀ ਗੱਲ ਕਿਸਾਨਾਂ ਦੀ, ਕਿਸਾਨਾਂ ਨੂੰ ਜੋ ਕੁਛ ਅੱਜ ਕੱਲ ਜੋ ਕੁਛ ਹੋ ਰਿਹਾ ਉਹਨਾਂ ਦਾ ਜਿਹੜਾ ਹੁਣ ਜਿਹੜਾ 26 ਤਰੀਕ ਦਾ ਜਿਹੜਾ ਪ੍ਰੋਗਰਾਮ ਆ, ਇਸ ਤੋਂ ਬਾਅਦ ਕਿਉਂਕਿ ਇਹ ਬਹੁਤ ਲੰਬਾ ਟਾਈਮ ਹੋ ਗਿਆ ਉਹਨਾਂ ਦੀ ਇਸ ਗੱਲ ਨੂੰ ਚੱਲਦਿਆਂ, ਹੁਣ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਇਹੋ ਜਿਹਾ ਸਟੈਪ ਲੈਣਾ ਚਾਹੀਦਾ ਜਿਹਦੇ ਨਾਲ ਇਹਦੀ ਜਿਹੜੀ ਮੋਰਚੇ ਦੀ ਕੋਈ ਨੀਤੀ ਜਿਹੜੀ ਥੋੜੀ ਬਿਲਕੁਲ ਕੋਈ ਹੱਲ ਨਿਕਲੇ। ਬਿਲਕੁਲ ਮੇਰੀ ਇੱਕ ਸੁਝਾਅ ਆ, ਪ੍ਰੋਫੈਸਰ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹਦੇ ਬਾਰੇ ਕੁਛ ਗਾਹਾਂ ਦਾ ਜਿਹੜਾ ਫਿਊਚਰ ਆ ਉਹਦੇ ਬਾਰੇ ਕੁਝ ਦੱਸੋ। ਬਿਲਕੁਲ ਇਸੇ ਟੌਪਿਕ ਤੇ ਅਸੀਂ ਗੱਲ ਕਰਾਂਗੇ ਜੀ। ਥੈਂਕ ਯੂ ਸੋ ਮਚ ਜੀ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਸਵਾਲ ਦੋ ਗੱਲਾਂ ਕਰਨੀਆਂ ਜੀ। ਦੇਖੋ ਇੱਕ ਤਾਂ ਜਿਹੜੇ ਕਿਸਾਨਾਂ ਨੇ ਕੂੜਾ ਇਕੱਠਾ ਕਰਕੇ ਉੱਥੇ ਸੁੱਟਿਆ ਜਾ ਕੇ ਗਲਤ ਥਾਂ ਤੇ, ਉਹ ਬੜੀ ਮਾੜੀ ਗੱਲ ਆ, ਕਿਉਂਕਿ ਦੇਖੋ ਇਸ ਵੇਲੇ ਇਕੱਲੇ ਸਪੀਕਰਾਂ ਨੇ ਨਹੀਂ ਦੇਸ਼ ਨੂੰ ਸਾਫ਼ ਕਰਨਾ, ਹੁਣ ਤਾਂ ਸਾਰੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ। ਮੈਂ ਤੁਹਾਨੂੰ ਦੱਸੀ ਜਾਣਾ ਸਰ ਪੰਜਾਬ ਦੀ ਹਾਲਤ ਜੀ। ਬਿਲਕੁਲ ਹਾਂਜੀ ਹਾਂਜੀ ਜੀ, ਤੁਸੀਂ ਗੱਲ ਕੰਪਲੀਟ ਕਰੋ। ਹਾਂਜੀ ਹਾਂਜੀ ਹਾਂ ਅੱਛਾ, ਦੂਜੀ ਗੱਲ ਹੈ ਵੀ ਸਿੱਧੂ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਰਨਾ। ਦੇਖੋ ਸਿੱਧੂ ਦਾ ਸਾਰਾ ਪੰਗਾ ਪਾਇਆ ਕਿ ਸਿੱਧੂ ਇਮਰਾਨ ਖਾਨ ਨੂੰ ਜੱਫੀ ਨਾ ਪਾਉਂਦਾ ਤਾਂ ਕਾਂਗਰਸ ਦੀਆਂ 120 ਸੀਟਾਂ ਵੱਧ ਜਾਣੀਆਂ ਸੀ, ਬੀਜੇਪੀ ਦੀਆਂ ਸੀਟਾਂ ਘਟ ਜਾਣੀਆਂ ਸੀਗੀਆਂ। ਸਿੱਧੂ ਉਹਨਾਂ ਨੇ ਕਿਸੇ ਨੇ ਕੁਛ ਨਹੀਂ ਕਰਨਾ। ਇਹ ਤਾਂ ਬੇਟਾ ਸਾਰੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਕਰਨਾ ਪਿਆ। ਦੇਖੋ ਚਾਈਨਾ ਦੇ ਤੇ ਇਹੀ ਜਿਹੀ ਹਾਲਤ ਸੀ ਜੋ ਅੱਜ ਸਾਡੇ ਆ। ਜਦੋਂ ਚੋਰ ਲਈ ਉਹਨਾਂ ਨੇ ਆਪ ਕਈਆਂ ਚੱਕੀਆਂ ਸੀ, ਇਹ ਸਾਰਾ ਕੁਝ ਸਾਨੂੰ ਆਪ ਕਰਨਾ ਪੈਣਾ। ਤੇ ਬੇਟਾ ਇੱਕ ਮੈਂ ਹੋਰ ਬੇਨਤੀ ਕਰਨੀ, ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਨੇ ਜੀ, ਤੁਸੀਂ ਕਰ ਸਕਦੇ ਹੋ ਜੀ ਗੱਲ, ਬੋਲੋ ਜੀ। ਸਰ ਟੌਪਿਕ ਤੇ ਰਹੋ, ਸਰ ਟੌਪਿਕ ਦੀ ਗੱਲ ਕਰਿਓ, ਜਿਹੜੇ ਟੌਪਿਕ ਤੇ ਅਸੀਂ ਕਰ ਰਹੇ ਉਸੇ ਤੇ ਰਹੋ। ਉਹ ਫਿਰ ਮੈਂ ਉਹੀ ਗੱਲ ਕਰਦਾ ਨਾ ਬੇਟਾ ਵੀ ਸਿੱਧੂ
ਉਹਨਾਂ ਦਾ ਦੇਖਾ ਨਹੀਂ ਕਰਨਾ, ਇਹ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਸਭ ਤੋਂ ਪਹਿਲੀ ਗੱਲ ਜਿਹੜੀ ਕਿਸਾਨਾਂ ਨੂੰ ਬਚਾਉਣ ਵਾਲੀ ਇਹ ਹੈ ਵੀ ਅੱਜ ਕੱਲ ਕਿਸਾਨਾਂ ਨੂੰ ਬੇਨਤੀ ਕਰੋ ਕਿ ਤੁਸੀਂ ਨਰਮਾ ਕਪਾਹ ਬੀਜੋ, ਨਰਮਾ ਕਪਾਹ ਨੂੰ ਵਪਾਰੀ ਖਰੀਦ ਲੈਂਦਾ। ਤੇ ਦੇਖੋ ਪੰਜਾਬ ਗਵਰਨਮੈਂਟ ਸਿਰਫ 4 ਲੱਖ ਕਰੋੜ ਦਾ ਕਰਜ਼ਾ ਲੈ ਕੇ ਕਣਕ ਖਰੀਦੀ ਹੈ, ਮੁੜ ਕੇ ਕਿਸੇ ਨੂੰ ਕਰਜ਼ਾ ਨਹੀਂ ਦੇਣਾ, ਕਿਸੇ ਨੇ ਝੋਨਾ ਨਹੀਂ ਖਰੀਦਣਾ। ਕਿਸਾਨਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਕਹੋ, ਕਿਸਾਨਾਂ ਨੂੰ ਸਮਝਾਓ ਉਹ ਚੀਜ਼ ਵਿੱਚੋਂ ਇਹ ਵਪਾਰੀ ਖਰੀਦਦਾ। ਜੀ ਸਰ, ਥੈਂਕ ਯੂ ਸੋ ਮਚ ਜੀ ਗੱਲ ਕਰਨ ਲਈ। ਔਰ ਜਿਹੜੇ ਹੁਣੇ ਕਾਲਰ ਆਏ ਸੀਗੇ ਕੈਲਗਰੀ ਤੋਂ, ਮੈਂ ਉਹਨਾਂ ਨੂੰ ਦੱਸਦਾ ਜਿਹੜੀ ਉਹ ਖਬਰ ਕਹਿ ਰਹੇ ਸੀਗੇ ਕਿ ਕਿਸਾਨਾਂ ਨੇ ਜਿਹੜਾ ਕੂੜਾ ਸੁੱਟਿਆ ਉਹ ਗਲਤ ਚੀਜ਼ ਹੈ। ਉਹ ਖਬਰ ਦਰਅਸਲ ਇਸ ਤਰ੍ਹਾਂ ਦੀ ਸੀ ਕਿ ਕਿਸਾਨਾਂ ਦੇ ਆਲੇ ਦੁਆਲੇ ਹੀ ਜਿਹੜਾ ਬਹੁਤ ਜ਼ਿਆਦਾ ਕੂੜਾ ਸੁੱਟਿਆ ਸੀ ਤੇ ਕਿਸਾਨ ਲਗਾਤਾਰ ਉੱਥੇ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਹਟਾ ਦਿਓ, ਕਿਉਂਕਿ ਕਿਸਾਨਾਂ ਦੀ ਸਿਹਤ ਨੂੰ ਵੀ ਖਤਰਾ ਸੀਗਾ। ਉੱਥੇ ਗੰਦਗੀ ਫੈਲ ਰਹੀ ਸੀਗੀ ਤੇ ਅੱਜ ਕੱਲ੍ਹ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਬਿਮਾਰੀਆਂ ਕਾਰਨ, ਖਾਸ ਕਰਕੇ ਕਰੋਨਾ ਕਾਰਨ, ਉਸ ਗੰਦਗੀ ਨੂੰ ਹਟਾਉਣਾ ਜ਼ਰੂਰੀ ਸੀ, ਪਰ ਪ੍ਰਸ਼ਾਸਨ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀਗਾ। ਤੇ ਜਦੋਂ ਗੱਲ ਨਹੀਂ ਸੁਣੀ ਜਾ ਰਹੀ ਸੀ, ਇਸ ਲਈ ਉਹਨਾਂ ਨੇ ਕੂੜਾ ਚੁੱਕ ਕੇ ਉੱਥੇ ਨਗਰ ਪਾਲਿਕਾ ਜਿਹੜਾ ਦਫ਼ਤਰ ਸੀਗਾ ਉਹਦੇ ਮੂਹਰੇ ਰੱਖਿਆ ਵੀ ਹੁਣ ਤੁਸੀਂ ਇਸ ਕੂੜੇ ਨੂੰ ਬਰਦਾਸ਼ਤ ਕਰੋ। ਸੋ ਸਹੀ ਖਬਰ ਇਹ ਸੀਗੀ, ਇਸ ਲਈ ਉਹ ਕੂੜਾ ਸੁੱਟਿਆ ਗਿਆ। ਖੈਰ, ਇੱਕ ਹੋਰ ਕਾਲਰ ਜੁੜੇ ਨੇ ਪ੍ਰੋਫੈਸਰ ਸਾਹਿਬ, ਬਹੁਤ ਸਾਰੇ ਆਪਣੇ ਕੋਲ ਸਵਾਲ ਨੇ, ਮੈਨੂੰ ਸਾਰੇ ਸਵਾਲ ਯਾਦ ਹੈ, ਤੁਹਾਨੂੰ ਨਾਲ ਨਾਲ ਮੈਂ ਪੁੱਛਾਂਗੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਆਪਣਾ ਫੋਨ ਥੋੜਾ ਜਿਹਾ ਠੀਕ ਕਰੋ ਜੀ। ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਠੀਕ ਤਰੀਕੇ ਨਾਲ ਸਾਡੇ ਤੱਕ ਫਿਲਹਾਲ ਨਹੀਂ ਪਹੁੰਚ ਪਾ ਰਹੀ। ਪ੍ਰੋਫੈਸਰ ਸਾਹਿਬ, ਜਿੰਨੇ ਵੀ ਹੁਣ ਕਾਲਰ ਸੀਗੇ, ਜੇ ਕੁੱਲ ਮਿਲਾ ਕੇ ਉਹਨਾਂ ਦੀ ਗੱਲ ਵੱਲ ਗੌਰ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੀ ਦਿੱਖ ਜਿਹੜੀ ਹੈ ਉਹਦੇ ਤੋਂ ਅਟਰੈਕਟ ਨੇ। ਉਹਨਾਂ ਨੂੰ ਲੱਗਦਾ ਵੀ ਸਿੱਧੂ ਕੰਮ ਠੀਕ ਕਰਨਾ ਚਾਹੁੰਦੇ ਨੇ, ਬਟ ਉਹਨਾਂ ਨੂੰ ਕਿਤੇ ਨਾ ਕਿਤੇ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਕੁਝ ਕਾਲਰ ਸੀਗੇ ਜਿਨ੍ਹਾਂ ਦਾ ਇਹ ਕਹਿਣਾ ਸੀਗਾ ਵੀ ਹੁਣ ਅੱਗੇ ਕਿਸਾਨਾਂ ਦਾ ਜਿਹੜਾ ਹੈ, ਅੱਗੇ ਉਹਨਾਂ ਦਾ ਭਵਿੱਖ ਕੀ ਹੈ, ਉਹਨਾਂ ਦੀ ਅਗਲੀ ਰਣਨੀਤੀ ਕੀ ਰਹੇਗੀ, ਕਿਵੇਂ ਉਸ ਨਾਲ ਨਿਪਟਿਆ ਜਾਏ ਤੇ ਉਹ ਅੱਗੇ ਕੀ ਉਹਨਾਂ ਦਾ ਹੱਲ ਨਿਕਲੂਗਾ। ਇਸੇ ਦੇ ਉੱਤੇ ਅਸੀਂ ਵੀ ਗੱਲ ਕਰਨਾ ਚਾਹੁੰਦੇ ਸੀਗੇ ਵੀ ਹੁਣ ਕਿਸਾਨਾਂ ਦੀ ਸਟ੍ਰੈਟੇਜੀ ਜਿਹੜੀ ਹੈ ਕਿਵੇਂ ਬਣੇਗੀ। ਮੋਦੀ ਸਾਹਿਬ ਨੂੰ ਤਾਂ ਚਿੱਠੀ ਭੇਜਣ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਦੇ ਰਹੇ, ਤੇ ਹੁਣ ਇਹਦਾ ਨਿਪਟਾਰਾ ਕੀ ਹੋਏਗਾ। ਇੱਕ ਕਾਲਰ ਪ੍ਰੋਫੈਸਰ ਸਾਹਿਬ ਹੋਰ ਜੁੜੇ ਨੇ, ਮੈਂ ਵੀ ਕਾਲ ਅਟੈਂਡ ਕਰ ਲਾਂ ਨਾਲ ਹੀ, ਫਿਰ ਅਸੀਂ ਇਸ ਟੌਪਿਕ ਤੇ ਗੱਲ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਜੀ ਪ੍ਰੋਫੈਸਰ ਸਾਹਿਬ। ਹਾਂ, ਇਹ ਦੋਵੇਂ ਗੱਲਾਂ ਹੀ, ਪਹਿਲਾਂ ਸਿੱਧੂ ਬਾਰੇ ਭੋਗ ਪਾ ਲਈਏ, ਪਹਿਲਾਂ ਜਦੋਂ ਗੱਲ ਲੰਮੀ ਚੱਲ ਗਈ। ਹਾਂਜੀ, ਉਹਨਾਂ ਦਾ ਦੇਖੋ 2 ਰਿਪੋਰਟਾਂ ਉਹਨਾਂ ਨੇ ਦਿੱਤੀਆਂ ਸੀ, ਕੰਮ ਵਾਕਿਆ ਹੀ ਉਹ ਕਰਨਾ ਚਾਹੁੰਦੇ ਸੀ। ਇੱਕ ਤੇ ਰੇਤਾ ਬਜਰੀ ਨੂੰ ਸਰਕਾਰੀ ਹੱਥ 'ਚ ਲੈ ਲਓ ਜੀ, ਇਹ ਕਿਵੇਂ ਹੋ ਸਕਦਾ ਹੈ? ਤੇ ਸਾਰੇ ਵਿੱਚੇ ਵਿਰੋਧੀ ਪਾਰਟੀਆਂ ਤੇ ਵਿੱਚੇ ਵਿਰੋਧ, ਕੋਈ ਉਹਨਾਂ ਨੂੰ ਆਪਦਾ ਸਾਧਨ ਹੈ ਜਿਹੜੀ ਵੇਚ ਕੇ ਜਿਹੜੇ ਕਰੋੜਾਂ ਹਜ਼ਾਰ ਕਰੋੜ ਰੁਪਈਆ ਇਕੱਠਾ ਹੋ ਜਾਂਦਾ ਹੋਣਾ, ਉਹ ਤੁਸੀਂ ਕਿਹੜਾ ਕਿਵੇਂ ਛੱਡਿਆ ਜਾ ਸਕਦਾ? ਤੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਨਹੀਂ, ਇਹ ਰਿਪੋਰਟ ਰਿਜੈਕਟ ਕਰੋ। ਦੂਜੀ, ਉਹਨਾਂ ਨੇ ਇਹ ਰੈਵਨਿਊ ਦੇਣਾ ਸੀਗਾ ਸਰਕਾਰ ਨੂੰ, ਰੈਵਨਿਊ ਬਣਾਉਣ ਲਈ। ਦੂਜੀ ਰਿਪੋਰਟ ਹੈ ਕਿ ਜਿਵੇਂ ਤਾਮਿਲਨਾਡੂ ਜਾਂ ਇਹਨਾਂ ਕਈਆਂ ਜਗ੍ਹਾ ਦੇ ਵਿੱਚ ਜਿਹੜੀ ਸ਼ਰਾਬ ਸਾਰੀ ਸਰਕਾਰ ਆਪ ਵੇਚਦੀ ਆ, ਹੋਲਸੇਲ ਰਿਟੇਲਰ ਹੈ ਨਾ, ਉਹਦੇ ਕਾਫੀ ਵੱਡੀ ਗਿਣਤੀ 'ਚ ਪੈਸਾ, ਕਾਫੀ ਵੱਡਾ, ਹੁਣ ਨਾਲ 3 ਗੁਣਾ ਪੈਸਾ ਸਰਕਾਰ ਕੋਲ ਕਰੋੜ ਹੋਣਾ ਹੁੰਦਾ ਤੇ 18-20 ਹਜ਼ਾਰ ਕਰੋੜ ਰੁਪਈਆ ਸਰਕਾਰ ਦੀ ਜੇਬ 'ਚ ਪੈ ਸਕਦਾ। ਸਰਕਾਰ ਨੂੰ ਠੇਕੇ ਆਪ ਲੈ ਲਏ ਆ, ਬੰਦੇ ਇੰਪਲਾਈ ਰੱਖਣ ਲਈ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਨਾਲ ਜਿਹੜੀਆਂ ਕਈ ਨੌਕਰੀ ਦੇਣੀਆਂ, ਕਈ ਲੱਖ ਨੌਕਰੀਆਂ ਦੇਣੀਆਂ ਸੀਗੀਆਂ ਕੈਪਟਨ ਸਾਹਿਬ ਨੇ, ਉਹ ਵੀ ਮਿਲ ਜਾਣਗੀਆਂ। ਉਹਦੇ 'ਚ ਵੀ ਮਾਲ ਖਾਣਾ ਹੁੰਦਾ ਹੈ, ਪੋਲੀਟੀਸ਼ੀਅਨਾਂ ਨੇ, ਠੇਕੇਦਾਰਾਂ ਨੇ ਰਲ ਮਿਲ ਕੇ ਆਪਣਾ, ਵਿੱਚ ਪੁਲਿਸ ਰਲੀ ਰਹਿੰਦੀ ਆ, ਕੋਈ ਬਿਊਰੋਕਰੇਟਾਂ ਦਾ ਵੀ ਮਾੜਾ ਮੋਟਾ ਹਿੱਸਾ ਪੱਤੀ ਹੋ ਸਕਦੀ ਹੈ। ਮੈਂ ਸਾਰਿਆਂ ਦਾ ਨਹੀਂ ਕਹਿੰਦਾ, ਪਰ ਚੱਲਦਾ ਹੈ। ਇਸ ਲਈ ਰਿਪੋਰਟਾਂ ਰਿਜੈਕਟ ਹੋ ਗਈਆਂ ਤੇ ਨਾਲ ਹੀ ਸਿੱਧੂ ਰਿਜੈਕਟ ਹੋ ਗਿਆ। ਇਹ ਤਾਂ ਸਾਰਾ ਬਲਪੂਸਾ ਤੇ ਇਸ ਕਿਸਮ ਦੀ ਇਹਦੀ ਬੈਕਗਰਾਉਂਡ ਹੈਗੀ, ਤਾਂ ਇਹ ਖਰੇ ਫਿਰ ਬੈਠਾ ਲਿਆ ਉਦੋਂ ਦੁਖੀ ਹੋ ਕੇ ਬੰਦੇ ਨਹੀਂ ਜਾਂ ਕਿੱਦਾਂ। ਇਹ ਗੱਲ ਜਿਹੜੀ ਕਿਸਾਨਾਂ ਵਾਲਾ ਮੁੱਦਾ ਨਾ, ਹੁਣੇ ਹੀ 4 ਦਿਨ ਪਹਿਲਾਂ ਅਗਰਾਹਾਂ ਸਾਹਿਬ, ਜੋਗਿੰਦਰ ਸਿੰਘ ਅਗਰਾਹਾਂ, ਉਹਨਾਂ ਦੇ ਨਾਲ ਉਹਨਾਂ ਦੇ ਜਨਰਲ ਸੈਕਟਰੀ ਵੀ ਸੀ ਸੁਖਦੇਵ ਸਿੰਘ ਕੋਕਾ, ਉਹ ਇੱਕ ਪ੍ਰੈਸ ਕਾਨਫਰੰਸ ਕੀਤੀ। ਅਗਲੇ ਦਿਨ ਰਾਜੇਵਾਲ, ਮੈਂ ਵੀ ਨਾਲ ਹੀ ਸੀਗਾ, ਅਸੀਂ ਸਾਰਿਆਂ ਨੇ ਉੱਥੇ ਇਕੱਠਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਹੁਣ ਉਹ ਇਹਦੇ 'ਚ ਸਾਰੀਆਂ ਗੱਲਾਂ 'ਚ ਉਹਨਾਂ ਨਾਲ ਗੱਲਾਂ ਪਤਾ ਕਰ, ਮੈਨੂੰ ਲੱਗਾ ਆ ਕਿ ਇਹ ਮਹੀਨਾ ਡੇਢ ਮੈਂ ਤੇ ਕਿਸਾਨ ਪੂਰਾ ਜ਼ੋਰ ਲਾਉਣ, ਜਿਵੇਂ ਕੱਲ੍ਹ ਦਾ ਪ੍ਰੋਟੈਸਟ ਹੈਗਾ, ਉਦੋਂ ਬਾਅਦ ਹੋਰ ਜੱਥੇ ਵੀ ਜਾਣਗੇ, ਹੋਰ ਦਬਾਅ ਸਾਰਾ ਪਾਉਣਗੇ। ਜੇ ਫਿਰ ਨਹੀਂ ਆਖੇ ਲੱਗਦੇ, ਯਾਨੀ ਬਿਲਕੁਲ ਕੋਈ ਚਿੱਠੀ ਵੀ ਲਿਖਤੀ ਜੀ, ਉਹ ਗੱਲਾਂ ਜੇ ਇਹਨਾਂ ਨੇ ਯੈਸ ਨੋ ਕਰਨਾ, ਪੁਰਾਣੀਆਂ ਗੱਲਾਂ ਕਰਨੀਆਂ, ਫਿਰ ਤੇ ਚਿੱਠੀ ਤਾਂ ਕਹਿੰਦੇ ਮੋਦੀ ਸਾਹਿਬ ਤੱਕ ਪਹੁੰਚੀ ਨਹੀਂ, ਪਈਏ ਨਹੀਂ ਨਾ ਲਾਏ ਹੋਣੇ, ਉਹ ਐਵੇਂ ਗੱਲਾਂ ਮਾਰਦੇ। ਅੱਜ ਕੱਲ ਚਿੱਠੀ ਤੇ ਸਾਰੇ ਜਾਣ ਨੇ ਵੀ ਪੜ੍ਹ ਲਈ ਹੋਣੀ, ਇਹਦੇ ਕੋਲ ਨਹੀਂ ਪਹੁੰਚੀ, ਬੇਦਿਆਰ ਨੇ ਵੀ ਪੜ੍ਹ ਲਈ ਹੋਣੀ। ਜਦੋਂ ਮੀਡੀਆ 'ਚ ਗੱਲਾਂ ਚਿੱਠੀ ਦੀਆਂ ਹੁੰਦੀਆਂ, ਪ੍ਰੈਸ ਕਾਨਫਰੰਸਾਂ 'ਚ ਹੋ ਗਈਆਂ,
ਸਾਰਾ ਇਹ ਨਹੀਂ ਗੱਲਾਂ ਹੈਗਾ। ਜੇ ਨਹੀਂ ਆ ਤੇ ਦੁਬਾਰਾ ਨਵੀਂ ਕਾਪੀ ਭੇਜ ਦਿੰਦੇ ਆ, ਉਹਦੇ ਚ ਕਿਹੜੀ ਹੈ, ਸਾਨੂੰ ਫੋਨ ਕਰਦੇ ਨਵੀਂ ਕਾਪੀ ਚਲੇ ਜਾਊਗੀ, ਹੈ ਨਾ। ਨਵੀਂ ਸਭ ਕੋ ਨਵੀਂ ਚੀਜ਼ ਹੁੰਦੀ ਆ, ਪੁਰਾਣੀ ਜੇ ਨਹੀਂ ਚੰਗੀ ਲੱਗੀ ਤੇ। ਤਾਂ ਇਸ ਲਈ ਇੰਨਾ ਬੜਾ ਹੀ ਤੇ ਅੜਬ ਹੈਗਾ ਤਰੀਕਾ ਲੀਡਰਸ਼ਿਪ ਦਾ, ਕਿਹਨਾਂ ਦਾ, ਮੋਦੀ ਜੀ ਦਾ, ਅਮਿਤ ਸ਼ਾਹ ਦਾ। ਔਰ ਇਹਨਾਂ ਨੇ ਜਿਸ ਢੰਗ ਨਾਲ ਉਹਨਾਂ ਨੇ ਮਹਾਮਾਰੀ ਨੂੰ ਮਿਸਹੈਂਡਲ ਕੀਤਾ, ਲੱਖਾਂ ਗਿਣਤੀ ਦੇ ਵਿੱਚ ਸਾਨੂੰ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਦੀਆਂ ਸੀ, ਥੋੜੀ ਜਿਹੀ ਅਕਲਮੰਦੀ ਤੋਂ ਕੰਮ ਕਰਦੇ, ਉਹ ਜੇ ਲਾਸ਼ਾਂ ਰੁਲ ਰਹੀਆਂ ਕੁੱਤੇ ਖਾ ਰਹੇ। ਇਹ ਹਾਲਤ ਆ ਬੰਦਿਆਂ ਦੀ। 4000 ਰੁਪਇਆ ਨਹੀਂ ਆ ਕਿਸੇ ਨੂੰ, ਕਿਸੇ ਦਾ 10 ਕਰ। ਇਹ ਲੋਕਾਂ ਨੂੰ ਇੰਨਾ ਗੁਰਬਤ ਚ ਕਰ ਦਿੱਤਾ ਕਿ ਆਦਮੀ ਦੀ ਇੱਕ ਸਲੇਵ ਨਾਲੋਂ ਵੀ ਬੱਤਰ ਜੀਵਨ, ਇੱਕ ਜਾਨਵਰ ਦੇਸ਼ ਦੇ ਵਿੱਚ ਬੱਤਰ ਜੀਵਨ। ਇਹਨਾਂ ਨੂੰ ਕੋਈ ਹਜ਼ਾਰ ਨਹੀਂ, ਉਸੇ ਤਰ੍ਹਾਂ ਹੀ ਆਪਣੀਆਂ ਲੁੱਡੀਆਂ ਪਾਉਂਦੇ ਆ। 1000 ਕਰੋੜ ਦਾ ਆਪਣਾ ਜਾ ਤੇ 10 ਲੱਖ ਰੁਪਏ ਦਾ ਸੂਟ ਪਾ ਲਿਆ ਤੇ ਇਹ ਕਰ ਲਿਆ ਤੇ ਸੈਂਟਰਲ ਵਿਸਤਾ ਬਣਾ ਲਿਆ ਤੇ ਉੱਥੇ ਕੋਠੀ ਪਾ ਲਈ। ਇਹ ਕੰਮ ਚੱਲੀ ਜਾਂਦੇ ਆ। ਇਹੋ ਜਿਹਾ ਸਾਡਾ ਜਦੋਂ ਨਿਜ਼ਾਮ ਹੋਊਗਾ, ਸਾਡੀ ਸਾਰੀ ਗਵਰਨੈਂਸ ਹੋਊਗੀ, ਲੋਕਾਂ ਦੀ ਉੱਥੇ ਕਿੱਥੇ ਜਗ੍ਹਾ ਹੈ। ਇਹ ਕਿਸਾਨ ਵੀ ਉਸੇ ਚੀਜ਼ ਦਾ ਹਿੱਸਾ ਹੈ ਜਦੋਂ। ਪਰ ਕਿਸਾਨਾਂ ਨੇ ਚੰਗੀ ਗੱਲ ਇਹ ਕੀਤੀ ਕਿ ਜਦੋਂ ਇਹਨਾਂ ਨੇ ਕਿਹਾ ਹੰਨੇ ਬੰਨੇ ਦੀ ਲੜਾਂਗੇ, ਮਜ਼ਦੂਰਾਂ ਤੇ ਵੀ ਹਮਲਾ ਹੋਇਆ। ਏਡੇ ਤਗੜੇ ਪੱਧਰ ਤੌਰ ਤੇ ਨਹੀਂ ਲੜੇ, ਉਹਨਾਂ ਦੇ ਸਾਰੇ ਕਾਨੂੰਨ ਕਾਇਦੇ ਤੋੜ ਭੰਨ ਕੇ ਆਓ ਮਾਰੇ ਚੱਕ ਕੇ ਮੋਦੀ ਜੀ, ਉਹ ਤੇ ਅਜੇ ਗੱਲਾਂ ਹੀ ਕਰਦੇ ਆ। ਕਿਸਾਨ ਜਿਹੜੇ ਆ ਉਹ ਡਟੇ ਹੋਏ ਆ। ਔਰ ਉਹਨਾਂ ਨੇ ਅਗਲਾ ਸਟੈਪ ਜਿਹੜਾ ਆ ਉਹ ਇਹ ਲੈਣਾ ਸ਼ਹਿਰੀ, ਜੇ ਨਹੀਂ ਆਖੇ ਲੱਗੇ, ਜੇ ਜਿਸ ਤਰ੍ਹਾਂ ਮੋਦੀ ਤੁਹਾਡੀ ਗੱਲ ਸੁਣ ਕੇ ਵੀ ਚਿੱਠੀ ਨਹੀਂ ਮਿਲੀ ਜਾਂ ਕਿਸਾਨ ਥੱਲੇ ਨਹੀਂ ਲੱਗਦੇ ਸਾਡੇ ਅਜੇ, ਉਹ ਤੇ ਆਕੜੇ ਫਿਰਦੇ ਆ। ਤੇ ਕਿਸਾਨ ਕਹਿੰਦੇ ਆ ਅਸੀਂ ਆਕੜੇ ਕੀ ਆ, ਸਾਨੂੰ ਤੁਸੀਂ ਤੇ ਘਵਾੜਾ ਮਾਰਿਆ, ਅਸੀਂ ਤੇ ਕਹਿੰਦੇ ਸਾਡੇ ਦਰਦ ਹੁੰਦੀ ਆ, ਤੁਸੀਂ ਸਾਡੀ ਗੱਲ ਸੁਣੋ। ਤੁਸੀਂ ਗੱਲ ਸੁਣਦੇ ਨਹੀਂ ਹੈਗੇ। ਦੂਜੇ ਪਾਸੇ ਉਹਨੇ ਫੈਸਲਾ ਕਰ ਲਿਆ ਵੀ ਜੇ ਇਹ ਨਾ ਸੁਣੀ, ਅਸੀਂ ਆਪਣੀ ਵੱਡੀ ਗਿਣਤੀ ਦੇ ਵਿੱਚ ਸਾਰੇ ਚੋਂ ਇਕੱਠੇ ਹੋ ਕੇ ਕਿਸਾਨ ਉੱਤਰਾਖੰਡ, ਪੰਜਾਬ ਚ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ, ਪੰਜਾਬ ਚ ਬੀਜੇਪੀ ਹੈ ਨਹੀਂ, ਉੱਤਰਾਖੰਡ, ਯੂਪੀ ਖਾਸ ਕਰਕੇ ਤੇ ਮਣੀਪੁਰ ਤੇ ਗੋਆ, ਚਾਰੇ ਸੂਬਿਆਂ 'ਚ ਅਸੀਂ ਹਮਲਾ ਕਰ ਦਿਆਂਗੇ। ਜੇ ਇਹਨਾਂ ਦੀਆਂ ਜੜ੍ਹਾਂ ਐਨ ਖਾੜ ਕੇ ਨਾ ਸੁੱਟ ਦਿੱਤੀਆਂ, ਜਿਵੇਂ ਵੱਡੇ ਦਰਖਤ ਨੂੰ ਖਾੜ ਕੇ ਥੱਲੇ ਸੁੱਟ ਦਿੱਤਾ ਜਾਂਦਾ ਜੀ। ਔਰ ਬਹੁਤ ਵੱਡੀ ਪੂਰੇ ਤਿਆਰੀਆਂ ਦੇ ਵਿੱਚ ਆ, ਇਹ ਹੋ ਜਾਊਗਾ। ਪਹਿਲਾਂ ਹੀ ਬਹੁਤ ਹੋ ਗਿਆ, ਇਹਨਾਂ ਦੇ ਪੈਰ ਨਹੀਂ ਲੱਗਣੇ ਜੇ ਇਸ ਤਰੀਕੇ ਨਾਲ। ਜੇ ਇਹਨਾਂ ਨੇ ਮੰਗਾਂ ਨਾ ਮੰਨੀਆਂ, ਮੈਂ ਸ਼ਹਿਰੀ ਦੱਸਣਾ ਚਾਹੁੰਦਾ ਜੀ, ਇੱਕ ਸਾਲ ਵੀ ਚੱਲਣੀ ਮੁਸ਼ਕਲ ਹੈ। ਜਿੰਨੀ ਮਰਜ਼ੀ ਲੋਕਾਂ ਦੀ ਪਪੂਲੈਰਿਟੀ ਤੋਂ ਬਗੈਰ ਜੀ। ਹਾਂ ਬਿਲਕੁਲ ਪ੍ਰੋਫੈਸਰ ਸਾਹਿਬ, ਕਿਤੇ ਮੋਦੀ ਸਾਹਿਬ ਨੂੰ ਤਾਂ ਨਹੀਂ ਗੁੱਸਾ ਆਇਆ ਪਿਆ ਵੀ ਬੰਗਾਲ ਦੀਆਂ ਜਦੋਂ ਚੋਣਾਂ ਸੀ ਉਦੋਂ ਵੀ ਕਿਸਾਨ ਉੱਥੇ ਗਏ ਤੇ ਉਹਨਾਂ ਦੇ ਕਰਕੇ ਜਿਹੜੀ ਆ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉੱਥੋਂ ਬੁਰੇ ਤਰੀਕੇ ਨਾਲ ਹਾਰੀ ਹੈ, ਤੇ ਉਹ ਗੁੱਸਾ ਵੀ ਕਿਤੇ ਕੱਢਦੇ ਹੁਣ ਵੀ ਹੁਣ ਤਾਂ ਮੀਟਿੰਗ ਹੀ ਨਹੀਂ ਕਰਨੀ, ਮੁਲਾਕਾਤ ਹੀ ਨਹੀਂ ਕਰਨਾ ਤੇ ਹੱਲ ਹੀ ਨਹੀਂ ਕੱਢਣਾ, ਕਿਤੇ ਇਹ ਵੀ ਸੇਕ ਤਾਂ ਨਹੀਂ ਲੱਗਿਆ ਪਿਆ ਉਹਨਾਂ ਨੂੰ? ਇਹ ਦੱਸੋ, ਇਹ ਦੇਸ਼ ਮੋਦੀ ਦਾ ਆ, ਸਾਰੇ ਦੇਸ਼ ਦੇ ਵਸਨੀਕਾਂ ਦਾ ਆ? ਇਹ ਕੌਣ ਹੁੰਦਾ ਗੁੱਸਾ ਕਰਨ ਵਾਲਾ? ਇਹਨੇ 24 ਰੈਲੀਆਂ ਕੀਤੀਆਂ, ਦੇਸ਼ ਦਾ ਇੰਨਾ ਪੈਸਾ ਖਰਚਿਆ, ਪਤਾ ਨਹੀਂ ਕਿੱਥੋਂ ਜਿਹੜੇ ਬੌਂਡ ਬੂੰਡ ਇਧਰੋਂ ਪਤਾ ਕੀ ਇੰਡੀਅਨ ਐਕਸਪ੍ਰੈਸ ਆਈ ਹੈ। ਕਾਰਪੋਰੇਟਾਂ ਨੂੰ ਜਿਹੜਾ ਰਿਜ਼ਰਵ ਬੈਂਕ ਦਾ ਪੈਸਾ, ਬੈਂਕਾਂ ਦਾ ਪੈਸਾ, ਖਾਸ ਕਰਕੇ ਸੈਕਟਰ ਬੈਂਕਾਂ ਦਾ ਟ੍ਰਾਂਸਫਰ ਕਰਤਾ ਜਾਂਦਾ, ਫਿਰ ਉਹਨਾਂ ਨੂੰ NPA ਡਿਕਲੇਅਰ ਕਰਤਾ ਜਾਂਦਾ ਕਿ ਇਹ ਨਾਨ ਪਰਫਾਰਮਿੰਗ ਐਸੈਟਸ ਹੈਗੇ, ਇਹ ਨਹੀਂ ਪੈਸਾ ਮੁੜ ਸਕਦਾ। ਉਹ ਚੁੱਪ ਕਰਕੇ ਪੈਸੇ ਦੇ ਬੌਂਡ ਬਣਾ ਕੇ ਮੋਦੀ ਨੂੰ, ਪਾਰਟੀ ਨੂੰ ਦੇਂਦੇ ਆ। ਕੋਈ ਕਿਉਂ ਟ੍ਰਾਂਸਪੇਰੈਂਸੀ ਵੀ ਕਿਉਂ ਨਹੀਂ ਦੱਸਦੇ ਸਾਨੂੰ ਕਿੰਨੇ ਬੌਂਡਾਂ ਦੇ ਪੈਸੇ ਇਹਨਾਂ ਕੋਲ ਆਏ? ਕਿਉਂ ਸੀਕ੍ਰੇਟ ਸੀ ਕਿ ਇਹ ਮੋਦੀ ਦੀ ਕਾਰਡ ਹੈ, ਮੋਦੀ ਨੇ ਪਹਿਲਾਂ ਨਹੀਂ ਸੀਗਾ, ਮੋਦੀ ਦੀ ਟੈਨਿਓਰ ਵਿੱਚ ਹੋਇਆ। ਕਈ ਹਜ਼ਾਰ ਕਰੋੜ ਰੁਪਇਆ ਸਰਕਾਰੀ ਬੈਂਕਾਂ ਦਾ ਪੈਸਾ ਵਾਇਆ ਇਹ ਕਾਰਪੋਰੇਟਾਂ ਦੇ ਆਪਣੀ ਜੇਬਾਂ 'ਚ ਪਾਈ ਜਾਂਦੇ ਆ। ਇਹਨੇ 24 ਰੈਲੀਆਂ ਕੀਤੀਆਂ, 27 ਕੀਤੀਆਂ ਇਹਦੇ ਚੇਲੇ ਨੇ, ਅਮਿਤ ਸ਼ਾਹ ਨੇ ਜੀ, 51 ਰੈਲੀਆਂ ਕੀਤੀਆਂ, ਸਤਿਆਨਾਸ਼ ਕੀਤਾ। ਕੀ ਕਿਸਾਨ ਨਾਲ ਰੈਲੀਆਂ ਕਰਨਗੇ? ਕਿਉਂ ਨਹੀਂ ਕਰਨਗੇ ਬਈ? ਇਹਦਾ ਜਵਾਬ ਨਹੀਂ ਦੇ, ਜਿਹੜਾ ਕੁਫਰ ਬੋਲਦੇ, ਸਾਰਾ ਝੂਠ ਬੋਲਦੇ ਸਾਰੇ ਦੇਸ਼ ਦੇ ਵਿੱਚ। ਇਸ ਲਈ ਕਿਸਾਨਾਂ ਨੇ ਤੇ 4-5 ਹੀ ਕੀਤੀਆਂ, ਇਹਨੇ ਤੇ 51 ਕੀਤੀਆਂ। ਸਾਡੇ ਕੋਲ ਤੇ ਪੈਸੇ ਨਹੀਂ ਹੈ, ਸਾਨੂੰ ਜਿੱਥੇ ਲੈ ਕੇ ਬਿਠਾ ਕੇ ਉੱਥੇ ਆਰਤੀ ਨਹੀਂ, ਕਿਤੇ ਘਰ ਨੂੰ ਆ ਗਏ। ਇਹ ਨਹੀਂ ਹੈਗਾ ਗੁੱਸਾ ਕਰਨਾ ਤੇ ਕਰੀ ਜਾਵੇ। ਗੁੱਸਾ ਕੀ, ਮੈਂ ਗੁੱਸਾ ਇਹਨਾਂ ਨੇ ਲੋਕਾਂ ਦਾ ਦੇਖਿਆ ਨਹੀਂ, ਇਹ ਵਾਂਗੂ ਚੰਬੜ ਜਾਣਗੇ ਲੋਕ। ਔਰ ਮੈਂ ਇਹ ਦੱਸਦਾ ਕਿ ਜਿਸ ਦਿਨ ਇਕੱਠੇ ਹੋ ਗਏ, ਇਹ ਅਸਮਾਨ ਦੇ ਉੱਤੇ ਜਿਤਨਾ ਟਿੱਡੀ ਦਲ ਛਾਇਆ, ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਇਕੱਠੇ ਹੋ ਕੇ ਇਸ ਤਰੀਕੇ ਨਾਲ ਦੇਸ਼ ਦੀ ਰਾਜਨੀਤੀ ਆ ਜਾਣਗੇ ਕਿ ਬੀਜੇਪੀ ਦਾ ਜਿੱਥੇ ਵੀ ਕਿਤੇ ਕਮਲ ਦਿਖਿਆ ਨਾ, ਚਟਮ ਕਰ ਜਾਣਗੇ। ਕਿਵੇਂ ਮਿੰਟਾਂ 'ਚ ਉਹਦੀ ਚਟਮ ਕਰ ਜਾਂਦਾ ਟਿੱਡੀ ਦਲ। ਕਮਲ ਨਹੀਂ ਕਿਤੇ ਇੱਥੇ ਲੱਭੂਗਾ ਸਾਰੇ ਦੇਸ਼। ਇਹ ਜੀ ਸੋਚ ਲੈ, ਉਹਨਾਂ ਦੀ ਪਾਰਟੀ ਸੋਚ ਲੈ, ਉਹਨਾਂ ਦੀ ਸਰਕਾਰ ਸੋਚ ਲੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ
ਧਨ ਤਵੱਜੋ ਦੇਣੀ ਹੈ ਜੇ ਆਕੜੇ ਰਹਿਣਾ ਤੇ ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ। ਇਹ ਲੜਾਈ ਘਮਾਸਾਨ ਹੋਊਗੀ ਆਉਣ ਵਾਲੇ ਸਮੇਂ 'ਚ। ਪ੍ਰੋਫੈਸਰ ਸਾਹਿਬ, ਆਖਿਰ ਦੇ ਵਿੱਚ ਘੱਟ ਸ਼ਬਦਾਂ ਦੇ ਵਿੱਚ ਇਹ ਦੱਸ ਦਿਓ ਵੀ ਅਗਲੀ ਜਿਹੜੀ ਰਣਨੀਤੀ ਹੁਣ ਕੀ ਹੈ। ਮੋਦੀ ਕਹਿੰਦੇ ਚਿੱਠੀ ਨਹੀਂ ਪਹੁੰਚੀ, ਚਿੱਠੀ ਦਾ ਜਵਾਬ ਨਹੀਂ ਦੇ ਰਹੇ, ਤੇ ਕਦੋਂ ਤੱਕ ਤੁਸੀਂ ਵੇਟ ਕਰੋਗੇ? ਕਿਸਾਨ ਜਦੋਂ ਜਥੇਬੰਦੀਆਂ ਕਦੋਂ ਤੱਕ ਇਸ ਚੀਜ਼ ਦਾ ਇੰਤਜ਼ਾਰ ਕਰਨਗੀਆਂ ਵੀ ਚਿੱਠੀ ਪਹੁੰਚੇ, ਮੁਲਾਕਾਤ ਜਿਹੜੀ ਹੈ ਉਹ ਇੰਨੇ ਤੋਂ ਇੰਨੇ ਸਮੇਂ ਦੇ ਵਿੱਚ ਹੋ ਜੇ? ਕੋਈ ਡੇਟ ਮਿੱਥੀ ਗਈ ਹੈ ਇਸ ਨੂੰ ਲੈ ਕੇ ਜਾਂ ਇੰਤਜ਼ਾਰ ਕਰ ਰਹੇ ਹੋ? ਡੇਟ ਨਹੀਂ ਹੁੰਦੀ ਮੂਵਮੈਂਟ ਦੇ ਵਿੱਚ, ਡਿਊਰੇਸ਼ਨ ਹੁੰਦੀ ਆ। ਵਿਰੋਧੀ ਤੁਹਾਡੀ ਧਿਰ ਕਿਉਂ ਤੜਾ ਲੈਂਦੀ ਆ ਉਸ ਦੇ ਉੱਤੇ ਨਿਗਾਹ ਰੱਖਣੀ ਪੈਂਦੀ ਹੈ। ਅਸੀਂ ਆਪਣੀ ਸਟਰੈਂਥ ਕਿਵੇਂ ਮਜ਼ਬੂਤ ਕਰਨੀ ਆ, ਕਿਵੇਂ ਲੋਕਾਂ ਨੂੰ ਮੋਬਿਲਾਈਜ਼ ਕਰਨਾ, ਕਿਵੇਂ ਉਤਸ਼ਾਹ ਕਰਨਾ, ਇੱਧਰ ਇਹ ਦਾਅ ਪੇਚ ਚੱਲਦੇ ਆ। ਇਸ ਕਰਕੇ ਇਹ ਚੱਲ ਰਹੇ ਆ। ਹੁਣ ਹਰ ਹਫ਼ਤੇ ਵੱਡੇ ਨਾਲ ਤੋਂ ਵੱਡਾ ਜਥਾ ਹੋ ਗਿਆ, ਬੜੀ ਵੱਡੀ ਕੱਲ ਦੇ ਫੰਕਸ਼ਨ ਲਈ 26 ਤਰੀਕ ਦੇ ਫੰਕਸ਼ਨ ਲਈ ਬਹੁਤ ਵੱਡਾ ਜਥਾ ਉੱਥੇ ਗਿਆ ਹੋਇਆ। ਔਰ ਇਸੇ ਤਰੀਕੇ ਨਾਲ ਹਰ ਹਫ਼ਤੇ ਪੰਜਾਬ ਤੋਂ ਵੀ ਵੱਡੇ ਜੱਥੇ ਜਾਇਆ ਕਰਨਗੇ, ਹਫ਼ਤਾ ਰਿਹਾ ਕਰਨਗੇ, ਫਿਰ ਨਵੇਂ ਜੱਥੇ ਜਾਇਆ ਕਰਨਗੇ। ਪਿੰਡੋ ਪਿੰਡੀ ਹੋਊਗੀ। ਕਰੋਨਾ ਜਾਂ ਨੋ ਕਰੋਨਾ, ਇਹ ਸਵਾਲ ਹੰਨੇ ਬੰਨੇ ਦੀ ਲੜਾਈ ਹੈ। ਲੋਕੀ ਇਹ ਸੋਚਦੇ ਆ ਵੀ ਮਰੇ ਤੇ ਹੈ ਹੀ ਆ, ਕਰੋਨਾ ਕੀ ਆ, ਬਚਣਾ ਤੇ ਫਿਰ ਵੀ ਨਹੀਂ ਹੈ। ਜਦੋਂ ਸਾਡੀਆਂ ਜ਼ਮੀਨਾਂ ਹੀ ਖੋਹ ਲਈਆਂ, ਸਾਡਾ ਸਾਰਾ ਜਿਹੜਾ ਅਸੀਂ ਕਿੱਥੇ ਜਾਣਾ, ਸਾਡਾ ਅਸੀਂ ਤੇ ਘਰੋਂ ਬੇਕਾਰ ਹੋ ਹੀ ਜਾਣਾ। ਇਸੇ ਦੇਸ਼ ਦੇ ਵਿੱਚ ਹੀ ਅਸੀਂ ਹੋ ਜਾਾਂਗੇ, ਹੈ ਨਾ। ਇਸ ਲਈ ਉਹਨਾਂ ਦੀ ਜਿਹੜੀ ਲੜਾਈ ਹੈ ਉਹ ਇੱਕ ਡਿਫਰੈਂਟ ਸਮਝ ਲਓ ਸੋਚ ਦੇ ਨਾਲ, ਡਿਫਰੈਂਟ ਸਟ੍ਰੈਟਜੀ ਦੇ ਨਾਲ ਤੇ ਡਿਫਰੈਂਟ ਉਮੀਦ ਦੇ ਨਾਲ ਹੈਗੀ ਹੈ। ਉਹੀ ਜਾਣੇ, ਉਹੀ ਸਮਝ ਸਕਦੇ ਇਸ ਦਾ ਦੁੱਖ ਤੇ ਇਸ ਦਾ ਸੰਤਾਪ, ਇਸ ਦਾ ਜਿਹੜਾ ਕਾਲਾ ਭਵਿੱਖ ਉਹਨਾਂ ਨੂੰ ਨਜ਼ਰ ਆਉਂਦਾ। ਉਹ ਕਿਸਾਨ ਹੀ ਸਮਝ ਸਕਦੇ, ਅਸੀਂ ਬਾਹਰ ਬੈਠੇ ਨਹੀਂ ਸਮਝ ਸਕਦੇ। ਇਹੀ ਕਾਰਨ ਹੈ ਕਿ ਇਹ ਲੜਾਈ ਰੁਕਣ ਵਾਲੀ ਨਹੀਂ, ਨਾ ਇਹ ਅੱਗ ਰੁਕਣ ਵਾਲੀ ਹੈ। ਇਹ ਬੜੇ ਬੰਦੇ ਜਿਹੜੇ ਬੜੇ ਦਰਖਤ ਆਪਣੇ ਆਪ ਨੂੰ ਬੋੜ ਸਮਝਦੇ ਆ, ਉਹਨਾਂ ਨੂੰ ਆਪਣੇ ਲਪੇਟੇ 'ਚ ਲੈਣਗੇ। ਚੰਗਾ ਆ ਸਗੋਂ ਥੋੜ੍ਹੀ ਜਿਹੀ ਸਫਾਈ ਸਾਡੇ ਦੇਸ਼ 'ਚ, ਜਿਹੜੀ ਰਾਜਨੀਤਿਕ ਸਾਡੇ ਦੇਸ਼ ਦੀਆਂ ਰਗਾਂ 'ਚ ਗੰਦਾ ਖੂਨ ਆ, ਉਹ ਹੁਣ ਮੌਕਾ ਕਿ ਲੋਕ ਉਸ ਨੂੰ ਜ਼ਰੂਰ, ਪਹਿਲਾਂ ਜੋਕਾਂ ਲਾਉਂਦੇ ਹੁੰਦੇ ਸੀ ਗੰਦਾ ਖੂਨ ਕੱਢਣ ਲਈ, ਇਹ ਹੁਣ ਮੇਰਾ ਖਿਆਲ ਇਹ ਜਿਹੜੀ ਮੂਵਮੈਂਟ ਆ ਇਹ ਜ਼ਰੂਰ ਇਹਨਾਂ ਦੀ ਕੋਸ਼ਿਸ਼ ਕਰੂਗੀ। ਹਾਂਜੀ ਸ਼ਾਇਦ ਜੀ ਬਿਲਕੁਲ। ਪ੍ਰੋਫੈਸਰ ਸਾਹਿਬ ਬਹੁਤ ਸ਼ੁਕਰੀਆ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ, ਬਹੁਤ ਥੈਂਕ ਯੂ। ਔਰ ਕਿਸਾਨ ਰਣਨੀਤੀ ਨੂੰ ਲੈ ਕੇ ਅੱਗੇ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ, ਕੁਝ ਅਪਡੇਟ ਹੁੰਦਾ ਹੈ ਤਾਂ ਸਾਡੇ ਨਾਲ ਪਲੀਜ਼ ਜ਼ਰੂਰ ਸਾਂਝਾ ਕਰਨਾ। ਬਹੁਤ ਸ਼ੁਕਰੀਆ ਸ਼ੈਲੀ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਹੋਰ ਵੀ ਬਹੁਤ ਧੰਨਵਾਦ ਜੀ। ਸੋ ਪ੍ਰੋਫੈਸਰ ਮਨਜੀਤ ਸਾਡੇ ਨਾਲ ਜੁੜੇ ਹੋਏ ਸੀ। ਹਾਲਾਂਕਿ ਕਈ ਵਾਰੀ ਇਦਾਂ ਹੋ ਜਾਂਦਾ ਵੀ ਟੈਕਨੀਕਲ ਇਸ਼ੂ ਕਰਕੇ ਪ੍ਰੋਪਰ ਆਵਾਜ਼ ਨਹੀਂ ਪਹੁੰਚ ਪਾਉਂਦੀ ਜਾਂ ਵੀਡੀਓ ਨਹੀਂ ਆ ਪਾਉਂਦੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਇਸ ਮੁੱਦੇ ਦੇ ਉੱਤੇ ਪ੍ਰੋਫੈਸਰ ਮਨਜੀਤ ਨਾਲ ਗੱਲ ਹੋ ਸਕੇ ਤੇ ਉਹਨਾਂ ਦੀ ਜਿਹੜੀ ਹੈ ਜੋ ਵੀ ਸਟ੍ਰੈਟਜੀ ਅੱਗੇ ਕਿਸਾਨ ਅੰਦੋਲਨ ਨੂੰ ਲੈ ਕੇ ਚੱਲ ਰਹੀ ਹੈ ਉਸ ਨੂੰ ਸਮਝਿਆ ਜਾ ਸਕੇ। ਸੋ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਸਮਰਥਨ ਕਰਦੇ ਨਜ਼ਰ ਆ ਰਹੇ ਨੇ ਤੇ ਕੱਲ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਇੱਕ ਤਾਂ ਮੋਦੀ ਸਰਕਾਰ ਨੂੰ ਜਿਹੜੇ ਨੇ ਉਹ 7 ਸਾਲ ਪੂਰੇ ਹੋ ਰਹੇ ਨੇ ਤੇ ਦੂਜਾ ਜਿਹੜਾ ਹੈ ਕਿਸਾਨਾਂ ਨੇ ਇਸ ਦਿਨ ਨੂੰ ਕਾਲੇ ਦਿਵਸ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ। ਕਈ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ, ਹੋਰ ਵੀ ਲੋਕ ਜਿਹੜੇ ਪਹੁੰਚ ਰਹੇ ਨੇ ਤੇ ਸਾਰਿਆਂ ਨੂੰ ਇਹ ਗੱਲ ਦੀ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਦੇ ਬਾਹਰ, ਆਪਣੀਆਂ ਗੱਡੀਆਂ ਦੇ ਬਾਹਰ, ਜਿੱਥੇ ਜਿਹੜੇ ਵੀ ਲੋਕ ਕਿਸਾਨਾਂ ਨੂੰ ਸਮਰਥਨ ਦੇਣਾ ਚਾਹੁੰਦੇ ਨੇ ਉਹ ਕਾਲੀਆਂ ਝੰਡੀਆਂ ਜ਼ਰੂਰ ਲਗਾਉਣ। ਸਿਰਫ ਕਿਸਾਨਾਂ ਨੂੰ ਸਮਰਥਨ ਨਹੀਂ, ਕਿਸਾਨਾਂ ਨੂੰ ਸਮਰਥਨ ਦੇਣਾ ਚਾਹੁੰਦੇ ਨੇ ਤੇ ਸਰਕਾਰ ਦਾ ਜਿਹੜਾ ਹੈ, ਸਰਕਾਰ ਦੇ ਖਿਲਾਫ ਆਪਣਾ ਵਿਰੋਧ ਜਾਰੀ ਕਰਨਾ ਚਾਹੁੰਦੇ ਨੇ, ਰੋਸ ਕੱਢਣਾ ਚਾਹੁੰਦੇ ਨੇ, ਉਹ ਕਾਲੀਆਂ ਝੰਡੀਆਂ ਜ਼ਰੂਰ ਲਾਉਣ। ਸੋ ਕੱਲ੍ਹ ਦੇ ਦਿਨ ਦੇ ਵਿੱਚ ਹੋਰ ਕੀ ਖਾਸ ਅਪਡੇਟ ਰਹੇਗਾ ਇਸ ਤੇ ਅਸੀਂ ਗੱਲ ਕਰਾਂਗੇ। ਸਾਡੇ ਗੈਸਟ ਜਿਹੜੇ ਕੱਲ੍ਹ ਦੇ ਕੌਣ ਹੋਣਗੇ ਇਹ ਅਸੀਂ ਕੱਲ੍ਹ ਹੀ ਤੁਹਾਡੇ ਨਾਲ ਮੁਲਾਕਾਤ ਉਹਨਾਂ ਦੀ ਕਰਵਾਵਾਂਗੇ। ਸੋ ਫਿਲਹਾਲ ਤਾਂ ਇਜਾਜ਼ਤ ਦਿਓ ਤੇ ਤੁਹਾਡੇ ਸਾਰਿਆਂ ਦਾ ਦਿਨ ਸ਼ੁਭ ਰਹੇ ਤੇ ਕੋਸ਼ਿਸ਼ ਕਰਨਾ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਿਓ। ਤੁਸੀਂ ਸੁਰੱਖਿਅਤ ਹੋ ਤਾਂ ਹੀ ਦੂਜਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ। ਬਹੁਤ ਥੈਂਕ ਯੂ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।